ਗਿੱਟ ਪੰਜਾਬੀ ਦੇ ਸੂਝਵਾਨ ਸਤਿਕਾਰਯੋਗ ਤੇ ਪਿਆਰੇ ਦਰਸ਼ਕੋ ਸਰੋਤਿਓ ਬਲਵੰਤ ਸਿੰਘ ਵੱਲਾ ਵੱਲੋਂ ਤੁਹਾਡੇ ਆਪਣੇ ਹਰਮਨ ਪਿਆਰੇ ਚੈਨਲ ਗਿੱਟ ਪੰਜਾਬੀ ਉੱਤੇ ਤੇ ਤੁਹਾਡੇ ਆਪਣੇ ਸਾਂਝੇ ਮੰਚ ਦੇ ਪ੍ਰੋਗਰਾਮ ਵਿਚਾਰ ਵਟਾਂਦਰਾ ਵਿਦ ਗਿੱਟ ਪੰਜਾਬੀ ਉੱਤੇ ਸਾਰਿਆਂ ਨੂੰ ਮੇਰੇ ਵੱਲੋਂ ਬਲਵੰਤ ਸਿੰਘ ਵੱਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੋ ਤੇ ਤੁਹਾਡੇ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚ ਪ੍ਰਮਾਤਮਾ ਬਰਕਤਾਂ ਹੀ ਬਰਕਤਾਂ ਪਾਈ ਰੱਖੇ। ਤੁਹਾਡੇ ਪਰਿਵਾਰ, ਤੁਹਾਡੇ ਬੱਚੇ, ਤੁਹਾਡਾ ਆਲਾ ਦੁਆਲਾ, ਤੁਹਾਡੇ ਯਾਰ ਦੋਸਤ ਹਮੇਸ਼ਾ ਹੀ ਖੁਸ਼ੀਆਂ ਮਾਣਨ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ। ਇਹ ਦੁਆਵਾਂ ਨੇ ਪ੍ਰਮਾਤਮਾ ਅੱਗੇ ਹਮੇਸ਼ਾ ਮੈਂ ਇਹ ਤੁਹਾਡਾ ਭਰਾ ਤੁਹਾਡੇ ਲਈ ਮੰਗਦਾ, ਕਿਉਂਕਿ ਤੁਸੀਂ ਵੀ ਇੱਕ ਇਸ ਮੰਚ ਦੇ ਉੱਤੇ ਮੇਰੇ ਪਰਿਵਾਰ ਦਾ ਹਿੱਸਾ ਹੋ, ਮੇਰੇ ਛੋਟੇ ਵੱਡੇ ਭਰਾ ਹੋ, ਮੇਰੇ ਛੋਟੇ ਵੱਡੇ ਕੋਈ ਬੱਚੇ ਬੱਚੀਆਂ ਭੈਣ ਭਰਾ, ਤੁਸੀਂ ਸਾਰੇ ਹੀ ਇਸ ਮੰਚ ਦੇ ਉੱਤੇ ਆਪਾਂ ਜੁੜਦੇ ਹਾਂ ਆਪਣੇ ਸ਼ਬਦਾਂ ਰਾਹੀਂ, ਆਪਣੇ ਵਿਚਾਰਾਂ ਰਾਹੀਂ ਤੇ ਕਰਦੇ ਹਾਂ ਆਪਾਂ ਦਿਲ ਦੀਆਂ ਗੱਲਾਂ ਸਾਂਝੀਆਂ ਇਸ ਮੰਚ ਦੇ ਉੱਤੇ ਪ੍ਰੋਗਰਾਮ ਵਿਚਾਰ ਵਟਾਂਦਰਾ। ਤੇ ਤੁਹਾਡੇ ਵਿਚਾਰ, ਤੁਹਾਡੀਆਂ ਜਿਹੜੀਆਂ ਰਹਿ ਆ ਉਹ ਇਸ ਮੰਚ ਦੇ ਉੱਤੇ ਆਪਾਂ ਹਰ ਰੋਜ਼ ਨਵੇਂ ਵਿਸ਼ਿਆਂ ਦੇ ਨਾਲ ਨਵੀਆਂ ਉਮੀਦਾਂ ਲੈ ਕੇ ਤੇ ਨਵੀਆਂ ਗੱਲਾਂ ਸਿੱਖ ਕੇ ਇਸ ਵਿਸ਼ੇ ਦੇ ਉੱਤੇ ਇਸ ਮੰਚ ਦੇ ਉੱਤੇ ਆਪਾਂ ਇਸ ਨੂੰ ਹੋਰ ਵੀ ਇੱਕ ਜਿਹੜਾ ਪਸਾਰਾ ਇਸ ਦਾ ਹੋਰ ਵੀ ਵਧਾ ਰਹੇ ਹਾਂ। ਤੇ ਨਾਲ ਹੀ ਇਹ ਮੈਂ ਰਿਣੀ ਆ ਤੁਹਾਡਾ ਕਿ ਜਿਹੜਾ ਹਰ ਰੋਜ਼ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਕਾਲਸ, ਤੁਹਾਡੇ ਵਿਚਾਰ ਹੁੰਦੇ ਨੇ, ਉਹ ਮੇਰੇ ਲਈ ਜਿਸ ਤਰ੍ਹਾਂ ਮੈਂ ਹਮੇਸ਼ਾ ਹੀ ਕਹਿੰਦਾ ਬਹੁਤ ਹੀ ਜ਼ਰੂਰੀ ਨੇ। ਮੈਂ ਤੁਹਾਡੇ ਵਿਚਾਰਾਂ ਦੀ ਕਦਰ ਕਰਦਾ, ਮੈਂ ਤੁਹਾਡੇ ਜਜ਼ਬਾਤਾਂ ਦਾ ਸਤਿਕਾਰ ਕਰਦਾ, ਮੈਂ ਤੁਹਾਡੀ ਲਿਆਕਤ ਦੀ ਦੇਣ ਦਿੰਦਾ। ਲੋ ਪਿਆਰੇ ਦਰਸ਼ਕੋ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੋ ਸੂਚਨਾਵਾਂ ਨੇ ਜਿਹੜੀਆਂ ਕਿ ਜ਼ਰੂਰੀ ਨੇ। ਪਹਿਲਾਂ ਤਾਂ ਕੱਲ ਆਪਾਂ ਜੋ ਗੱਲਬਾਤ ਕੀਤੀ ਸੀਗੀ ਕਿ ਐਲ ਪਾਸੋ ਟੈਕਸਸ ਦੀ ਜਿਹੜੀ ਇਮੀਗ੍ਰੇਸ਼ਨ ਦੀ ਜੇਲ੍ਹ ਆ ਬਾਰਡਰ ਤੋਂ ਤੇ ਐਲ ਪਾਸੋ ਦੇ ਮਿਡਲ ਦੇ ਵਿੱਚ ਜਿਹੜੀ ਕਿ ਰੋਹੀ ਬੀਆਵਾਨ ਜੰਗਲਾਂ ਦੇ ਵਿੱਚ ਜੇਲ੍ਹ ਬਣਾਈ ਹੋਈ ਆ, ਉੱਥੇ 47 ਸਾਡੇ ਜਿਹੜੇ ਸਿੱਖ ਪੰਜਾਬੀ ਭਾਈ ਨੌਜਵਾਨ ਮੁੰਡੇ ਨੇ ਜਿਹਨਾਂ ਚੋਂ 10 ਡਿਪੋਰਟ ਕਰ ਦਿੱਤੇ ਗਏ ਨੇ ਤੇ 37 ਜਾਣੇ ਜਿਹੜੇ ਉੱਥੇ ਇਸ ਵਕਤ ਪਿਛਲੇ 8, 9, 10 ਮਹੀਨਿਆਂ ਤੋਂ ਕੈਦ ਨੇ ਤੇ ਅੱਜ 9ਵਾਂ ਦਿਨ ਹੋ ਗਿਆ ਉਹਨਾਂ ਨੂੰ ਉੱਥੇ ਜਿਹੜੀ ਭੁੱਖ ਹੜਤਾਲ ਕੀਤੀ ਨੂੰ। ਤੇ ਕੱਲ ਆਪਾਂ ਟੋਟਲੀ ਉਹ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਸੀ। ਪਰ ਜੇਕਰ ਤੁਸੀਂ ਕੋਈ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਹੋ, ਕਿਉਂਕਿ ਮੇਰਾ ਵੀਰ ਆ ਇੱਕ ਬਲਰਾਜ ਸਪਰਾਏ ਜਿਹੜਾ ਕਿ ਵਿਚਾਰਾ ਉਹ ਉਹਨਾਂ ਦੀ ਮਦਦ ਕਰਦਾ, ਕੋਈ ਉਹਨਾਂ ਨੂੰ ਫੋਨ ਵਗੈਰਾ ਕਰਨਾ ਹੁੰਦਾ, ਉਹਦੇ 'ਚ ਕੋਈ ਕ੍ਰੈਡਿਟ ਕਾਰਡ ਦੇ ਪੈਸੇ ਪੂਸੇ ਵਗੈਰਾ ਪਾਉਣੇ ਹੁੰਦੇ ਆ, ਉਹ ਮਦਦ ਕਰ ਰਿਹਾ। ਬਲਰਾਜ ਸਪਰਾਏ ਦਾ ਨੰਬਰ ਆ ਜਿਹੜਾ ਉਹ ਤੁਸੀਂ ਉਹਦੇ ਨਾਲ ਕੰਟੈਕਟ ਕਰ ਸਕਦੇ ਹੋ। ਤੁਸੀਂ ਮੈਂ ਆਪਣਾ ਵੀ ਨੰਬਰ ਦੇਵਾਂਗਾ ਤੁਹਾਨੂੰ, ਮੇਰੇ ਰਾਹੀਂ ਵੀ ਤੁਸੀਂ ਕੋਈ ਵੀ ਮਦਦ ਕਰਨੀ ਚਾਹੁੰਦੇ ਹੋ ਜ਼ਰੂਰ ਉਹਨਾਂ ਦੀ ਆਪਾਂ ਮਦਦ ਕਰੀਏ ਇਨਸਾਨੀਅਤ ਦੇ ਤੌਰ ਤੇ। ਬਲਰਾਜ ਦਾ ਨੰਬਰ ਹੈਗਾ ਜੀ 916 470 2711। ਬਲਰਾਜ ਸਪਰਾਏ ਫੋਨ ਨੰਬਰ 916 470 2711 ਤੇ ਮੇਰਾ ਨੰਬਰ ਹੈਗਾ ਜੀ 562 412 0076 562 412 0076। ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਤੁਸੀਂ ਇਨਸਾਨੀਅਤ ਤੌਰ ਤੇ ਉਹਨਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ, ਤੁਹਾਡੇ ਬਹੁਤ ਬਹੁਤ ਧੰਨਵਾਦ ਹੋਵੇਗਾ। ਤੁਸੀਂ ਮੈਨੂੰ ਜਾਂ ਆਪਣੇ ਬਲਰਾਜ ਨੂੰ ਗੱਲਬਾਤ ਉਹਦੇ ਨਾਲ ਕਰ ਸਕਦੇ ਹੋ। ਤੇ ਅੱਜ ਮੈਂ ਉਹਨਾਂ ਬੱਚਿਆਂ ਦੀ, ਉਹਨਾਂ ਨੌਜਵਾਨਾਂ ਦੀ ਇੱਕ ਰਿਕਾਰਡਿੰਗ ਕੀਤੀ ਹੈ ਜੇਲ੍ਹ ਚੋਂ ਕਾਲ ਕਰਕੇ ਉਹਨਾਂ ਦੇ ਬਿਆਨ ਲਏ ਨੇ ਕਿ ਉਹਨਾਂ ਨਾਲ ਕੀ ਹੋ ਰਹੀ ਹੈ ਤੇ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਉਹਦੇ ਵਿੱਚ ਉਹ ਫਸੇ ਹੋਏ ਨੇ ਤੇ ਕਿਸ ਤਰ੍ਹਾਂ ਦਾ ਉਹਨਾਂ ਨਾਲ ਬਿਹੇਵ ਕੀਤਾ ਜਾ ਰਿਹਾ। ਤੇ ਇਹ ਆਪਾਂ ਕੱਲ ਨੂੰ ਉਹਨਾਂ ਦੀ ਜਿਹੜੀ ਰਿਕਾਰਡਿੰਗ ਆ ਤੇ ਉਹ ਆਪਾਂ 3 PM to 4 PM ਪੰਜਾਬੀ ਰੇਡੀਓ USA ਦੇ ਉੱਤੇ ਇਸ ਤੇ ਟਾਕ ਸ਼ੋਅ ਕਰਾਂਗੇ। ਸਾਡੀ ਭੈਣ ਜੀ ਬਲਵਿੰਦਰ ਕੌਰ ਜੀ ਖਾਲਸਾ ਜਿਹੜੇ 3 PM to 4 PM ਇਹਦੇ ਤੇ ਸ਼ੋਅ ਕਰਨਗੇ। ਤੁਸੀਂ ਉਹ ਸ਼ੋਅ ਦੇ ਵਿੱਚ ਵੀ ਜ਼ਰੂਰ ਜੇਕਰ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ, ਗੱਲਬਾਤ ਕਰਨੀ ਚਾਹੁੰਦੇ ਹੋ, 408 272 5200 408 272 5200 ਤੇ ਸ਼ਾਮੀ ਕੈਲੀਫੋਰਨੀਆ ਦਾ ਟਾਈਮ 3 PM to 4 PM ਗੱਲਬਾਤ ਕਰ ਸਕਦੇ ਹੋ ਜੀ ਤੇ ਦੱਸ ਸਕਦੇ ਹੋ ਆਪਣੇ ਵਿਚਾਰ ਇਹਨਾਂ ਜਿਹੜੇ ਭਰਾਵਾਂ ਦੇ ਲਈ। ਤੇ ਪਿਛਲੇ ਵੀਕ ਆਪਾਂ ਰਮਨਪ੍ਰੀਤ ਦੀ ਗੱਲ ਕੀਤੀ ਸੀ, ਜੇਕਰ ਉਹਦੇ ਲਈ ਵੀ ਤੁਸੀਂ ਆਪਣੀ ਭੈਣ ਲਈ, ਬੱਚੀ ਲਈ ਕੋਈ ਕਿਸ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ ਹੋ ਉਹ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ, ਮੈਨੂੰ ਈਮੇਲ ਕਰ ਸਕਦੇ ਹੋ। ਕਿਉਂਕਿ ਉਸ ਤੋਂ ਬਾਅਦ ਜਿਹੜਾ ਅੱਜ ਦਾ ਵਿਸ਼ਾ ਉਹ ਆਪਾਂ ਲੈ ਕੇ ਆਏ ਆ ਦਾਜ ਦਾ, ਜਿਹੜੀ ਕਿ ਦਾਜ ਇੱਕ ਅਜਿਹੀ ਲਾਹਨਤ ਆ, ਦਾਜ ਇੱਕ ਅਜਿਹੀ ਬਿਮਾਰੀ ਆ ਤੇ ਆਪਾਂ ਭਲੀ ਭਾਂਤ ਜਾਣਦੇ ਆ ਕਿ ਇਸ ਬਿਮਾਰੀ ਜਿਹੜੀ ਦਾਜ ਦੀ ਲਾਹਨਤ ਦੀ ਬਿਮਾਰੀ ਆ, ਜਿਹੜੀ ਇਹ ਬਿਮਾਰੀ ਜੇਕਰ ਕਈਆਂ ਪਰਿਵਾਰਾਂ ਨੂੰ ਚੁੰਬੜ ਜਾਵੇ ਤਾਂ ਇਹਦਾ ਇਲਾਜ ਕੋਈ ਨਹੀਂ।
ਇਸ ਦੀ ਦਵਾ ਕੋਈ ਨਹੀਂ। ਹਾਂ, ਇੱਕ ਗੱਲ ਜ਼ਰੂਰ ਆ ਕਿ ਕੁਝ ਸਮਾਂ ਪਹਿਲਾਂ ਇਸ ਦਾਜ ਦੀ ਬਿਮਾਰੀ ਦਾ ਇਲਾਜ ਬਣੀ ਸੀ, ਇੱਕ ਉਹ ਯੋਧਾ ਬਣਿਆ ਸੀ, ਇੱਕ ਉਹ ਮੂਵਮੈਂਟ ਬਣੀ ਸੀ, ਤੇ ਉਹ ਉਦੋਂ ਇਹ ਦਾਜ ਦੀ ਬਿਮਾਰੀ ਹੈ ਜਿਹੜੀ ਬਿਲਕੁਲ ਜੜੋਂ ਪੁੱਟ ਦਿੱਤੀ ਗਈ ਸੀ। ਉਹ ਸਮਾਂ ਸੀ ਜਦੋਂ 10-10 ਬੰਦਿਆਂ ਦੀਆਂ ਬਰਾਤਾਂ ਜਾਂਦੀਆਂ ਸਨ, ਨਾ ਦਾਜ ਲਿਆ ਜਾਂਦਾ ਸੀ ਤੇ ਨਾ ਦਾਜ ਦਿੱਤਾ ਜਾਂਦਾ ਸੀ, ਸਿਰਫ ਗਿਣਤੀ ਹੁੰਦੀ ਸੀ ਸਣੇ ਗੱਡੀਆਂ ਵਾਲਿਆਂ ਦੇ 10। ਤੇ ਕਿੰਨਾ ਸੌਖ ਹੁੰਦਾ ਸੀ ਉਹ ਗਰੀਬ ਮਾਪਿਆਂ ਨੂੰ ਜਿਨ੍ਹਾਂ ਦੀਆਂ ਧੀਆਂ ਵਿਆਹ ਕੇ ਦੂਜੇ ਘਰੇ ਜਾਂਦੀਆਂ ਹੁੰਦੀਆਂ ਸੀ, ਤੇ ਕਦੇ ਵੀ ਕੋਈ ਅਜਿਹੀ ਪ੍ਰੋਬਲਮ ਨਹੀਂ ਪਈ ਸੀ। ਦਾਜ ਦੇ ਲੋਭੀਆਂ ਨੇ ਕਦੇ ਵੀ ਦਾਜ ਨਹੀਂ ਸੀ ਮੰਗਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਦਾਜ ਦੀ ਬਿਮਾਰੀ ਦਾ ਇਲਾਜ ਆ ਜਿਹੜਾ ਉਹ ਹੁਣ ਕਿਸੇ ਸਿੰਘ ਨੇ ਕਰਤਾ। ਉਸ ਵਾਹਿਗੁਰੂ ਨੇ ਉਹਨੂੰ ਬਖਸ਼ਿਸ਼ ਕੀਤੀ ਤੇ ਉਹ ਖਾਲਸਾ ਜੀ ਨੇ ਉਸ ਬਿਮਾਰੀ ਦਾ ਇਲਾਜ ਕੀਤਾ ਸੀ, ਤੇ ਬੜੇ ਲੋਕ ਸੁਖੀ ਸੀ ਕਿ ਸ਼ੁਕਰ ਆ ਘੱਟੋ ਘੱਟ ਪੰਜਾਬ ਦੇ ਵਿੱਚੋਂ ਦਾਜ ਵਰਗੀ, ਨਸ਼ਿਆਂ ਵਰਗੀ ਜਿਹੜੀ ਜ਼ਹਿਮਤ ਆ ਉਹ ਤੋਂ ਸਾਡਾ ਜਿਹੜਾ ਛੁਟਕਾਰਾ ਹੋਇਆ। ਪਰ ਫਿਰ ਸਮਾਂ ਬਦਲਦਾ ਗਿਆ। ਅੱਜ ਉਹ ਗੱਲਾਂ ਚੇਤੇ ਆਉਂਦੀਆਂ ਨੇ, ਉਦੋਂ ਕਈਆਂ ਨੂੰ ਉਹ ਗੱਲਾਂ ਬੜੀਆਂ ਕੌੜੀਆਂ ਲੱਗਦੀਆਂ ਹੋਣਗੀਆਂ, ਕਈਆਂ ਨੂੰ ਉਦੋਂ ਉਹ ਬੜੇ ਕਾਨੂੰਨ ਆ ਜਿਹੜੇ ਉਹ ਬੜੇ ਗਲਤ ਲੱਗਦੇ ਹੋਣਗੇ ਕਿ ਉਹ ਜਿਹੜੇ ਕਾਨੂੰਨ ਆ ਵੀ ਆਪੇ ਆਪ ਬਣਾ ਲਏ ਜੀ, ਇਹ ਕਾਨੂੰਨ ਦਾਜ ਨਹੀਂ ਜਾਣ ਦਿੰਦੇ ਜੀ, ਜੰਨਾ ਨਹੀਂ ਜਾਣ ਦਿੰਦੇ, ਸ਼ਰਾਬਾਂ ਮੀਟ ਨਹੀਂ ਅਸੀਂ ਖਾ ਪੀ ਸਕਦੇ। ਪਰ ਪੁੱਛ ਕੇ ਦੇਖੋ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ ਆਪਣੀ ਧੀਆਂ ਦੇ ਵਿਆਹ ਕੀਤੇ, ਤੇ ਅੱਜ ਉਹ ਧੀਆਂ ਵੀ ਸੁਖੀ ਵਸਦੀਆਂ ਨੇ, ਤੇ ਕਈ ਧੀਆਂ ਜਿਹੜੀਆਂ ਘਰੇ ਬੈਠੀਆਂ ਸੀ ਉਹ ਵੀ ਆਪਦੇ ਸਹੁਰੇ ਘਰ ਦੇ ਵਿੱਚ ਅੱਜ ਬਹੁਤ ਹੀ ਵਧੀਆ ਜ਼ਿੰਦਗੀ ਹੈ ਜਿਹੜੀ ਬਤੀਤ ਕਰ ਰਹੀਆਂ ਨੇ। ਉਸ ਟਾਈਮ ਦੇ ਉੱਤੇ ਜਿਹੜੀ ਦਾਜ ਦੀ ਪ੍ਰਥਾ ਬੰਦ ਕੀਤੀ ਗਈ ਸੀ ਪੰਜਾਬ ਦੇ ਵਿੱਚੋਂ। ਪਰ ਅੱਜ ਬੜਾ ਅਫਸੋਸ ਨਾਲ ਤੇ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਜਿਹੜੇ ਕਈ ਲੋਕ ਉਸ ਗੱਲ ਦਾ ਵਿਰੋਧ ਕਰਦੇ ਸੀਗੇ, ਅੱਜ ਉਹੀ ਲੋਕ ਹੌਕਾ ਭਰ ਕੇ ਕਹਿੰਦੇ ਯਾਰ ਸ਼ੁਕਰ ਆ ਜੇ ਕਿ ਉਹ ਟਾਈਮ ਹੁੰਦਾ ਕਿ ਦਾਜ ਅੱਜ ਵੀ ਖਤਮ ਹੋ ਜਾਂਦਾ। ਅੱਜ ਦਾਜ ਦੀ ਅਜਿਹੀ ਲਾਹਨਤ ਜਿਹੜੀ ਸਾਡੇ ਪੰਜਾਬ ਦੇ ਵਿੱਚ ਵੜ ਗਈ ਆ, ਚਾਹੇ ਉਹ ਦਾਜ ਆ ਜਿਹੜਾ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਮੰਗਿਆ ਜਾਂਦਾ, ਪਰ ਦਾਜ ਮੰਗਣ ਦੇ ਤਰੀਕੇ ਬੜੇ ਨੇ। ਕਿਉਂਕਿ ਚਾਹੇ ਕੋਈ ਵਿਦੇਸ਼ਾਂ 'ਚੋਂ ਆਪਣੀ ਧੀ ਦਾ ਵਿਆਹ ਕਰਨ ਜਾਂਦਾ, ਉਹਨੂੰ 20 ਕਰੋੜਾਂ ਰੁਪਈਏ ਲਾਉਣੇ ਪੈਂਦੇ ਨੇ, ਕਿਉਂਕਿ ਇੱਥੋਂ ਗਿਆ ਬੰਦਾ ਵੀ ਕਹਿੰਦਾ ਸਾਡਾ ਨੱਕ ਨਹੀਂ ਰਹਿੰਦਾ ਜੀ, ਸਾਡੀ ਇੱਜ਼ਤ ਨਹੀਂ ਰਹਿੰਦੀ, ਅਸੀਂ ਬਾਹਰੋਂ ਆਏ ਹਾਂ, ਲੋਕ ਕੀ ਕਹਿਣਗੇ, ਇਹਨਾਂ ਨੇ ਜੀ ਧੀ ਦਾ ਵਿਆਹ ਚੁੰਨੀ ਦੇ ਕੇ ਧੀ ਨੂੰ ਚੜਾਤਾ। ਹਾਂ, ਜਿਹੜੇ ਉੱਥੇ ਨੇ ਜਿਨ੍ਹਾਂ ਕੋਲੇ ਕੋਈ ਕਮਾਈ ਦਾ ਸਾਧਨ ਵੀ ਹੈ ਨਹੀਂ, ਜਿਨ੍ਹਾਂ ਕੋਲੇ ਕੋਈ ਪੂੰਜੀ ਵੀ ਹੈ ਨਹੀਂ, ਜਿਨ੍ਹਾਂ ਕੋਲੇ ਕੋਈ ਬਹੁਤੀ ਜ਼ਮੀਨ ਜਾਇਦਾਦ ਵੀ ਹੈ ਨਹੀਂ, ਉਹ ਵੀ ਆਪਣੇ ਭਾਈਚਾਰੇ ਦਾ ਜਿਹੜਾ ਹੁੰਦਾ ਵੀ ਆਪਣੇ ਭਾਈਚਾਰੇ ਦੇ ਵਿੱਚ ਆਪਣਾ ਨੱਕ ਰੱਖਣ ਲਈ ਜਾਂ ਆਪਣੀ ਕੋਈ ਪੈਂਡ ਰੱਖਣ ਲਈ ਜਾਂ ਆਪਣੀ ਕੋਈ ਇੱਜ਼ਤ ਰੱਖਣ ਲਈ ਆਪਦੀ ਲੋੜ ਤੋਂ ਵੱਧ, ਆਪਣੀ ਔਕਾਤ ਤੋਂ ਵੱਧ ਜਿਹੜਾ ਉਹ ਆਪਣੀ ਧੀ ਦਾ ਵਿਆਹ ਕਰਦੇ ਨੇ ਜਾਂ ਆਪਣੇ ਪੁੱਤ ਦਾ ਵਿਆਹ ਕਰਦੇ ਨੇ। ਖਾਸ ਤੌਰ ਤੇ ਜ਼ਿਆਦਾ ਖਰਚਾ ਜਿਹੜਾ ਉਹ ਧੀ ਦੇ ਵਿਆਹ ਤੇ ਹੁੰਦਾ, ਤੇ ਉਹ ਆਪ ਦੀ ਇੱਜ਼ਤ ਰੱਖਣ ਲਈ ਤੇ ਲੋਕਾਂ 'ਚ ਬੱਲੇ ਬੱਲੇ ਕਰਾਉਣ ਲਈ ਆਪਣਾ ਸਾਰਾ ਕੁਝ ਹੀ ਗਵਾ ਬੈਠਦੇ ਨੇ। ਮੁੜ ਕੇ ਆ ਜਾਂਦੀ ਹੈ ਸਿਰ ਤੇ ਕਰਜ਼ਿਆਂ ਦੀ ਪੰਡ। ਜਦੋਂ ਕਰਜ਼ਿਆਂ ਦੀ ਪੰਡ ਲਾਉਣੀ ਪੈਂਦੀ ਹੈ ਇੱਕ ਬਾਪ ਨੂੰ, ਤੇ ਫਿਰ ਉਸ ਤੋਂ ਬਾਅਦ ਉਸ ਨੂੰ ਅੱਗੇ ਨਹੀਂ ਪਤਾ ਹੁੰਦਾ ਕਿ ਉਸ ਦੀ ਧੀ ਦੇ ਕਰਮ ਉਸ ਸੱਚੇ ਵਾਹਿਗੁਰੂ ਨੇ ਕਿਹੇ ਜਿਹੇ ਲਿਖੇ ਨੇ। ਜਿਨ੍ਹਾਂ ਦੀਆਂ ਧੀਆਂ ਤਾਂ ਸੁਖੀ ਵਸਦੀਆਂ ਨੇ ਉਹਨਾਂ ਨੂੰ ਤਾਂ ਥੋੜਾ ਜਿਹਾ ਸਕੂਨ ਮਿਲ ਜਾਂਦਾ ਕਿ ਸ਼ੁਕਰ ਆ ਚਲੋ ਦਾਜ ਦੇ ਕੇ ਖਹਿੜਾ ਤਾਂ ਸੁੱਟਿਆ, ਧੀ ਚੰਗੀ ਵਸਦੀ ਆ। ਪਰ ਕੁਝ ਕੁ ਅਜਿਹੇ ਨੇ ਜਿਹੜੇ ਕਿ ਆਪਾਂ ਵੇਖਦੇ ਹਾਂ ਕਿ ਰਮਨ ਦਾ ਆਪਾਂ ਕੇਸ ਕੀਤਾ ਸੀ ਪਿਛਲੇ ਵੀਕ, ਤੇ ਉਹਦਾ ਵੀ ਜੋ ਨਿਚੋੜ ਕੱਢੀਏ ਤਾਂ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਗੱਲ ਦਾਜ ਦੀ ਉਹ ਆ ਨਿਬੜਦੀ ਆ, ਭਾਵੇਂ ਕਿ ਗੱਲਾਂ ਕੁਝ ਹੋਰ ਵੀ ਉਹਦੇ ਵਿੱਚ ਵੇਖਣ ਨੂੰ ਸਾਹਮਣੇ ਆਈਆਂ ਨੇ, ਪਰ ਦਾਜ ਆ ਕੋਈ ਸਿੱਧੇ ਤੌਰ ਤੇ ਨਹੀਂ ਮੰਗਦਾ। ਚਾਹੇ ਕੋਈ ਵਿਚੋਲੇ ਦੇ ਤੌਰ ਤੇ ਮੰਗੇ, ਵਿੱਚ ਪਾ ਕੇ ਵਿਚੋਲੇ ਨੂੰ ਕਵੇ ਜੀ ਸਾਨੂੰ ਆਹ ਚਾਹੀਦਾ ਉਹ ਚਾਹੀਦਾ, ਕੋਈ ਦਾਜ ਪੈਸਿਆਂ ਦਾ ਨਹੀਂ ਹੁੰਦਾ, ਦਾਜ ਲੈਣ ਦੇਣ ਦਾ ਵੀ ਹੁੰਦਾ ਜੀ। 20 ਲੱਖ ਦੀ ਗੱਡੀ ਹੋਵੇ, ਕਿਉਂਕਿ ਅੱਗੇ ਤਾਂ ਬਜਾਜ ਤੇ ਚੇਤਕ ਨਾਲ ਸਰ ਜਾਂਦਾ ਸੀ, ਉਹ ਬਜਾਜ ਚੇਤਕ ਸਕੂਟਰ ਦੇ ਕੇ ਜਾਂ ਜਿਹੜਾ ਕੋਈ ਹੋਰ ਹੀਰੋ ਹਾਂਡਾ ਦੇ ਕੇ ਜਿਹੜਾ ਸਰ ਜਾਂਦਾ ਸੀ। ਪਰ ਅੱਜ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਦੋਂ ਪੰਜਾਬ 'ਚ ਫਿਰਦੀਆਂ ਨੇ ਤਾਂ ਗਵਾਂਢੀ ਦਾ ਜਿਹੜਾ ਕੋਈ ਮੁੰਡਾ ਮਾਂਡਾ ਵਿਆਹਿਆ ਜਾਂਦਾ ਤੇ ਉਹ ਜੋ ਦਾਜ ਲੈ ਕੇ 20 ਲੱਖ ਦੀ ਗੱਡੀ ਕਿਸੇ ਤੋਂ ਲੈਂਦਾ, ਤੇ ਫਿਰ ਗਵਾਂਢੀਆਂ ਨੂੰ ਵੀ ਹੁੰਦਾ ਕਿ ਸਾਡੇ ਘਰ ਵੀ ਗੱਡੀ ਆਵੇ। ਅਜਿਹੀਆਂ ਗੱਲਾਂ ਆਪਾਂ ਅਕਸਰ ਸੁਣਦੇ ਹਾਂ। ਤੇ ਫਿਰ ਕੀ ਹੁੰਦਾ, ਦਾਜ ਦੀ ਬਿਮਾਰੀ ਤੋਂ ਸ਼ੁਰੂ ਹੁੰਦੀਆਂ ਪਰਿਵਾਰਕ ਮੁਸ਼ਕਲਾਂ। ਪਰਿਵਾਰਕ ਮੁਸ਼ਕਲਾਂ ਕਿਵੇਂ ਸ਼ੁਰੂ ਹੁੰਦੀਆਂ, ਕਿਉਂਕਿ ਕਈ ਵਾਰ ਦਾਜ ਘੱਟ ਦੇਣ ਦੇ ਨਾਲ ਹੀ ਜਿਹੜਾ ਸਹੁਰਾ ਪਰਿਵਾਰ ਉਹ ਖੁਸ਼ ਨਹੀਂ ਹੁੰਦਾ, ਤੇ ਫਿਰ ਉਹ ਕਸੂਰ ਕੱਢਿਆ ਜਾਂਦਾ ਉਸ ਬੱਚੀ ਦੇ ਵਿੱਚ ਜਿਹੜੀ ਆਪਣੇ ਮਾਂ ਪਿਓ ਦੇ ਘਰ ਪਲ ਕੇ ਆਈ ਹੁੰਦੀ ਆ, ਜਿਹੜੀ ਆਪਣੇ ਮਾਂ ਪਿਓ ਦੇ ਘਰ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਤੇ ਆਪਣੀ ਮਾਤਾ ਤੋਂ ਲੋਰੀਆਂ ਲੈਂਦੀ ਹੋਈ, ਪਿਓ ਦੇ ਮੋਢਿਆਂ ਤੇ ਇੱਛਾ ਕਰਦੀ ਹੋਈ ਬੱਚੀ ਜਿਹੜੀ ਉਹ ਜਦੋਂ ਸਹੁਰੇ ਘਰ ਜਾਂਦੀ ਹੈ ਤੇ ਉਹ ਬਣ ਜਾਂਦੀ ਹੈ ਦਾਜ ਦੇ ਲਾਲਚੀਆਂ ਦਾ ਸ਼ਿਕਾਰ।
ਤੇ ਉਸ ਤੋਂ ਬਾਅਦ ਕੀ ਹੁੰਦਾ, ਕੁੱਟ ਕਟਾਪਾ ਸ਼ੁਰੂ ਹੁੰਦਾ। ਕਈ ਵਿਚਾਰੀਆਂ ਦਾਜ ਦੀ ਬਲੀ ਚੜ ਜਾਂਦੀਆਂ, ਕਈ ਵਿਚਾਰੀਆਂ ਜਿਹੜੀਆਂ ਉਹ ਘਰੇ ਵਾਪਸ ਮੁੜ ਆਉਂਦੀਆਂ, ਤੇ ਕਈ ਵਿਚਾਰੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਨਰਕਾਂ ਤੋਂ ਵੀ ਜ਼ਿਆਦਾ ਮਾੜੀ ਹੋ ਜਾਂਦੀ ਹੈ। ਨਾ ਉਹ ਮਾਪਿਆਂ ਦੀਆਂ ਰਹਿੰਦੀਆਂ, ਨਾ ਸਹੁਰਿਆਂ ਦੀਆਂ ਰਹਿੰਦੀਆਂ, ਤੇ ਫਿਰ ਜਾਣ ਕਿੱਥੇ। ਅੱਜ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ। ਤੁਸੀਂ ਮੇਰੇ ਨਾਲ ਸਾਰੇ ਹੀ ਸਿਆਣੇ ਹੋ, ਕੋਈ ਇਹ ਆਪਾਂ ਕਿਉਂਕਿ ਇਸ ਸਥਿਤੀ ਦੇ ਵਿੱਚ ਇਸ ਵਿਸ਼ੇ ਤੋਂ ਤੁਸੀਂ ਮੇਰੇ ਨਾਲ ਵੀ ਸ਼ਾਇਦ ਜਾਣੂ ਜ਼ਿਆਦਾ ਹੋਵੋ। ਕੀ ਨੇ ਤੁਹਾਡੇ ਵਿਚਾਰ ਕਿ ਦਾਜ ਦੀ ਜਿਹੜੀ ਇਹ ਜ਼ਹਿਮਤ ਆ ਉਹ ਕਦੋਂ ਸਾਡੇ ਗਲ ਲਹੂਗੀ, ਜਾਂ ਕੀ ਕਰ ਸਕਦੇ ਆ ਆਪਾਂ, ਜਾਂ ਇਧਰੋਂ ਆਪਾਂ ਜਦੋਂ ਜਾਂਦੇ ਆ ਤਾਂ ਆਪਾਂ ਇਧਰੋਂ ਜਾ ਕੇ ਵੀ ਕਈ ਵਾਰ ਦਾਜ ਦੇ ਲਾਲਚੀ ਹੋ ਜਾਂਦੇ, ਭਾਵੇਂ ਆਪਣੇ ਕੋਲੇ ਸਾਰਾ ਕੁਝ ਹੁੰਦਾ। ਆਓ ਰਲ ਮਿਲ ਕੇ ਅੱਜ ਇਸ ਵਿਸ਼ੇ ਦੇ ਉੱਤੇ ਵਿਚਾਰਾਂ ਕਰੀਏ ਕਿ ਇਸ ਦਾਜ ਦੇ ਵਿਸ਼ੇ ਤੇ ਸਾਨੂੰ ਕੀ ਜਿਹੜਾ ਕਰਨਾ ਚਾਹੀਦਾ ਤੇ ਕਿਸ ਤਰ੍ਹਾਂ ਦਾ ਸਾਨੂੰ ਸੋਚਣਾ ਚਾਹੀਦਾ। ਕੀ ਨੇ ਤੁਹਾਡੇ ਵਿਚਾਰ, ਕਿਸ ਤਰ੍ਹਾਂ ਦੀ ਹੈ ਤੁਹਾਡੀ ਸੋਚ। ਜੇ ਤੁਸੀਂ ਇੱਕ ਚੰਗੀ ਇਨਸਾਨੀਅਤ ਦੀ ਸੋਚ ਰੱਖਦੇ ਹੋ, ਮੇਰੀਆਂ ਭੈਣਾਂ, ਮੇਰੀਆਂ ਬੱਚੀਆਂ ਵੀ ਇਹ ਪ੍ਰੋਗਰਾਮ ਸੁਣਦੀਆਂ ਨੇ, ਮੈਂ ਭੈਣਾਂ ਨੂੰ ਹਮੇਸ਼ਾ ਹੀ ਹੱਥ ਜੋੜ ਕੇ ਬੇਨਤੀ ਤੇ ਸਤਿਕਾਰ ਨਾਲ ਮੈਂ ਬੇਨਤੀ ਕਰਦਾ ਹੁੰਦਾ ਕਿ ਭੈਣੋ ਤੁਸੀਂ ਪ੍ਰੋਗਰਾਮ ਦੇਖਦੇ ਹੋ, ਸੰਗਿਆ ਨਾ ਕਰੋ, ਜ਼ਰੂਰ ਕਾਲ ਕਰਿਆ ਕਰੋ। ਇਹ ਤੁਹਾਡਾ ਮੰਚ ਆ, ਇਸ ਮੰਚ ਦੇ ਉੱਤੇ ਤੁਹਾਡੀ ਹੀ ਗੱਲ ਹੁੰਦੀ ਆ, ਇਸ ਮੰਚ ਦੇ ਉੱਤੇ ਸਮਾਜਿਕ ਪੱਖਾਂ ਤੇ ਧਾਰਮਿਕ ਪੱਖਾਂ ਤੇ ਹੀ ਗੱਲ ਹੁੰਦੀ ਆ। ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਕਰੋ। ਤੇ ਕੀ ਨੇ ਤੁਹਾਡੇ ਦਿਲਾਂ ਦੇ ਵਿੱਚ ਇਸ ਪ੍ਰਤੀ ਕੀ ਵਿਚਾਰ ਨੇ, ਤੁਸੀਂ ਕਾਲ ਕਰ ਸਕਦੇ ਹੋ 516 825 0006 ਦੇ ਉੱਤੇ। ਮੈਂ ਇੱਕ ਵਾਰੀ ਸਕਰੀਨ ਤੇ ਵੀ ਨੰਬਰ ਤੁਸੀਂ ਵੇਖ ਸਕਦੇ ਹੋ 516 825 0006 ਦੇ ਉੱਤੇ। ਕੀ ਨੇ ਅੱਜ ਦੇ ਤੁਹਾਡੇ ਵਿਚਾਰ ਇਸ ਦਾਜ ਦੀ ਉਸ ਭੈੜੀ ਲਾਹਨਤ ਦੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਹੀਂ ਬਲਕਿ ਹਿੰਦੁਸਤਾਨ ਦੇ ਵਿੱਚ ਬਲਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਘੁਣ ਵਾਂਗ ਲੱਗਿਆ ਪਿਆ। ਅਜਿਹੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਇਸ ਦਾਜ ਦੇ ਲੋਭੀਆਂ ਨੇ, ਜਿਹੜੀਆਂ ਕਿ ਹੱਸਦੇ ਵਸਦੇ ਘਰਾਂ ਦੇ ਵਿੱਚ ਪੁਆੜੇ ਪਾਤੇ ਨੇ। ਤੇ ਲਓ ਲੈਂਦੇ ਹਾਂ ਤੁਹਾਡੀ ਕਾਲ 516 825 0006 ਦੇ ਉੱਤੇ। ਤੁਸੀਂ ਆਪਣੇ ਵਿਚਾਰ, ਆਪਣੇ ਪੱਖ ਦੱਸ ਸਕਦੇ ਹੋ। ਵਿਚਾਰ ਆਪੋ ਆਪਣੇ ਨੇ, ਕਿਸੇ ਦਾ ਕਿਸੇ ਦੇ ਵਿਚਾਰਾਂ ਦੇ ਨਾਲ ਜਾਂ ਮੇਰੇ ਵਿਚਾਰਾਂ ਦੇ ਨਾਲ ਜਾਂ ਮੇਰਾ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ, ਪਈ ਵਿਚਾਰ ਦੇਣੇ ਜ਼ਰੂਰੀ ਨੇ। ਲਓ ਲੈਂਦੇ ਹਾਂ ਤੁਹਾਡੀ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਮੱਲਾ ਸਾਹਿਬ। ਹਾਂਜੀ ਬਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਬਲ ਸਾਹਿਬ। ਉਸ ਬੇਟੀ ਦਾ ਅੱਜ ਮੁੱਦੇ ਤੇ ਵੀ ਰਿਆੜ ਸਾਹਿਬ ਨੇ ਆਨਲਾਈਨ ਕੀਤਾ ਸੀ, ਉਹਨਾਂ ਦੋਵਾਂ ਪਿਤਾ ਨੂੰ ਤੇ ਪੁੱਤਰੀ ਨੂੰ। ਜੀ ਜੀ। ਤੇ ਬਹੁਤ 1 ਘੰਟੇ 'ਚ ਬਹੁਤ ਸਾਰੀ ਸੰਗਤ ਨੇ ਉਹਨਾਂ ਦੀ ਸਪੋਰਟ ਕਰਨ ਦਾ ਵਾਅਦਾ ਲਿਆ, ਫੋਨ ਨੰਬਰ ਦਿੱਤੇ, ਪੈਸਿਆਂ ਨਾਲ, ਰਹਿਣ ਨਾਲ, ਹਰ ਕਿਸਮ ਨਾਲ। ਜੀ ਜੀ। ਮੇਰਾ ਉਧਰ ਫੋਨ ਨਹੀਂ ਲੱਗਾ, ਮੈਂ ਤੁਹਾਡੇ ਰਾਹੀਂ ਉਹ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੇ ਇੱਦਾਂ ਦਾ ਪ੍ਰੋਗਰਾਮ ਵੇਂਦੇ ਹੋਣ। ਨਹੀਂ ਬਿਲਕੁਲ ਜੀ। ਆਪਣੇ ਬਲ ਸਾਹਿਬ ਦੇਖੋ, ਆਪਾਂ ਵੀ ਪ੍ਰੋਗਰਾਮ ਕੀਤਾ ਸੀ ਇਸ ਤੋਂ ਪਹਿਲਾਂ, ਚਲੋ ਦੂਸਰੇ ਚੈਨਲ ਨੇ ਵੀ ਕੀਤਾ, ਚੰਗੀ ਗੱਲ ਆ, ਇਹ ਵਿਸ਼ੇ ਨੂੰ ਲੈਣਾ ਚਾਹੀਦਾ। ਪਰ ਮੈਂ ਵੀ ਉਦੋਂ ਵੀ ਕਿਹਾ ਸੀ, ਮੈਂ ਅੱਜ ਵੀ ਕਿਹਾ ਸੀ ਵੀ ਕਿਸੇ ਕਿਸਮ ਦੀ ਵੀ ਉਹ ਬੱਚੀ ਨੂੰ ਹੈਲਪ ਕਰਨੀ ਆ, ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ balwant.m@getpunjabi.tv ਦੇ ਉੱਤੇ। ਆਪਣਾ ਫੋਨ ਨੰਬਰ ਦਿਓ, ਮੈਂ ਤੁਹਾਡੇ ਨਾਲ ਕੰਟੈਕਟ ਕਰਾਂਗਾ। ਜਿੰਨੀ ਵੀ ਵੱਧ ਤੋਂ ਵੱਧ ਹੈਲਪ ਹੋਈ ਆਪਾਂ ਉਸ ਬੱਚੀ ਲਈ ਕਰ ਸਕਦੇ ਹਾਂ। ਤੇ ਦੂਸਰੀ ਗੱਲ, ਉਹਨਾਂ ਬੱਚਿਆਂ ਲਈ ਵੀ ਕਰ ਸਕਦੇ ਹਾਂ ਜਿਹੜੇ ਐਲ ਪਾਸੋ ਟੈਕਸਸ ਜੇਲ੍ਹ ਦੇ ਵਿੱਚ ਬੈਠੇ ਨੇ। ਤੇ ਉਹ ਜਿਹੜੇ ਬੱਚੇ ਕੱਲ ਵਾਲੇ ਵੀ, ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਉਹਨਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਜੀ। ਜੀ ਜੀ। ਚੈਨਲ ਦਾ ਵੀ ਬਹੁਤ ਧੰਨਵਾਦ। ਬਾਕੀ ਦਾਜ ਦੀ ਜਿਹੜੀ ਗੱਲ ਆ ਗਈ ਜੀ, ਸਭ ਤੋਂ ਜ਼ਰੂਰੀ ਆ ਜਿਹੜਾ ਸਾਡੇ ਸਿੱਖ ਪਰਿਵਾਰ 'ਚ। ਹਾਂਜੀ ਹਾਂਜੀ ਬਲ ਸਾਹਿਬ, ਮੈਂ ਸੁਣ ਰਿਹਾ ਜੀ। ਹਾਂਜੀ, ਜਿਹੜੇ ਸਾਡੇ ਸਿੱਖ ਪਰਿਵਾਰ 'ਚ ਗੁਰੂ ਮਹਾਰਾਜ ਤੋਂ ਦੂਰ ਹੁੰਦੇ ਜਾਂਦੇ ਆ, ਉਹ ਵੀ ਵੇਲਾ ਹੀ ਜਦੋਂ ਕੋਈ 11 ਬੰਦੇ ਬਰਾਤ ਤੇ ਉਹਨਾਂ ਦੇ ਟਾਈਮ ਤੇ ਬਗੈਰ ਦਾਜ ਤੋਂ ਲੜਕੀਆਂ ਵਿਆਹੀਆਂ, ਤੇ ਉਸ ਤੋਂ ਬਾਅਦ ਜਦੋਂ ਦਾਜ ਦੀ ਫੇਰ ਲਾਹਨਤ ਤੁਰੀ ਹੈ, ਤੇ ਅੱਜ ਇਸੇ ਕਰਕੇ ਲੜਕੀਆਂ ਨੂੰ ਜੰਮਦਿਆਂ ਮਾਰ ਦਿੰਦੇ ਆ ਵੀ ਸਾਰੀ ਉਮਰ ਦਾ ਰੋਣਾ ਨਾ ਪਵੇ। ਵਾਹ ਵਾਹ, ਉਹ ਕੀ ਬਾਤ ਗੱਲ ਕਹੀ। ਕਰਕੇ ਲਾਲਚ ਤੋਂ ਫੇਰ ਕੋਈ ਰੱਬ ਕਿਰਪਾ ਕਰੇ ਸਾਡੇ ਸਿੱਖ 'ਚ, ਮੈਨੂੰ ਫੇਰ ਕੋਈ ਬੜੀ ਵਾਲਾ ਬੰਦਾ ਆਵੇ ਜਾਂ ਸਿੱਖ ਸੰਗਤ 'ਚ ਕੋਈ ਦਮ ਹੋਵੇ, ਕਮੇਟੀਆਂ ਬਣਨ, ਬਰਾਤਾਂ ਰੁਕਣ, ਦਾਜ ਰੁਕਣ, ਤੇ ਇਹ ਦਿਖਾ ਦੇਣਾ ਵਾਪਰਨ। ਧੰਨਵਾਦ ਤੁਹਾਡਾ ਸਾਰਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇੱਕ ਬ੍ਰੇਕ ਦਾ ਸਮਾਂ ਆ ਗਿਆ। ਬ੍ਰੇਕ ਤੋਂ ਬਾਅਦ ਮੁੜ ਤੁਹਾਡੇ ਨਾਲ ਇਸ ਤੁਹਾਡੇ ਮੰਚ ਦੇ ਉੱਤੇ ਤੁਹਾਡੇ ਵਿਚਾਰ ਸੁਣਨ ਲਈ ਹਾਜ਼ਰ ਹੋਵਾਂਗਾ। ਲਓ ਲੈਂਦੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ 516 825 0006 ਦੇ ਉੱਤੇ। ਕੀ ਨੇ ਤੁਹਾਡੇ ਵਿਚਾਰ ਦਾਜ ਪ੍ਰਤੀ। ਲਓ ਵਾਪਸ ਆਵਾਂਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੈਟ ਪੰਜਾਬੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਕੀਤੇ ਵੀ ਜਾਂਦੇ ਰਹੇ ਹਨ। ਹੁਣ ਗੈਟ ਪੰਜਾਬੀ ਚੈਨਲ ਵੱਲੋਂ ਜੋ ਨਿਊਯਾਰਕ ਸਿੱਖ ਪਰੇਡ ਕੱਢੀ ਜਾਂਦੀ ਹੈ, ਇਸ ਦਾ ਲਾਈਵ ਟੈਲੀਕਾਸਟ ਕਰਕੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਾਸਤੇ ਇਹ ਚੈਨਲ ਸਾਰਾ ਉੱਥੋਂ ਦਾ ਲਾਈਵ ਪ੍ਰੋਗਰਾਮ ਪੇਸ਼ ਕਰੇਗਾ। ਸੋ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਚੈਨਲ 'ਤੇ ਜੋ ਲਾਈਵ ਟੈਲੀਕਾਸਟ ਪ੍ਰੋਗਰਾਮ ਹੋਵੇਗਾ ਉਸ ਨੂੰ ਜੋ ਉੱਥੇ ਨਹੀਂ ਪਹੁੰਚ ਸਕਦੇ ਉਹ ਘਰੇ ਦੇਖ ਕੇ ਹੀ ਇਸ ਦਾ ਲਾਹਾ ਲੈਣ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਮਹਿੰਦਰ ਸਿੰਘ ਉਪਲ ਸਾਰੇ ਜਗਤ ਨੂੰ ਖਾਲਸਾ ਸਾਜਨਾ ਦਿਵਸ ਉੱਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਜੋ ਸਿੱਖ ਡੇ ਪਰੇਡ 27ਵੀਂ ਸਿੱਖ ਡੇ ਪਰੇਡ ਮੈਨਹਾਟਨ ਵਿੱਚ ਮੈਡੀਸਨ ਐਵਨਿਊ 'ਤੇ ਨਿਕਲਣ ਜਾ ਰਹੀ ਹੈ, ਉਹਦੇ ਉੱਤੇ ਬੇਨਤੀ ਕਰਦੇ ਹਾਂ ਕਿ ਸਾਰੇ ਜਗਤ ਨੂੰ ਔਰ ਸਾਰੇ ਵੀਰਾਂ ਭੈਣਾਂ ਨੂੰ ਕੇਸਰੀ ਦਸਤਾਰਾਂ ਅਤੇ ਕੇਸਰੀ ਦੁਪੱਟੇ ਲੈ ਕੇ ਪਹੁੰਚਣ ਦੀ ਕਿਪਾਰਤਾ ਕਰੋ। ਔਰ ਸਾਰੇ ਜਗਤ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਇਸ ਵਿਸਾਖੀ ਦੇ ਦਿਨ ਦੇ ਉੱਤੇ ਜੋ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਇਸ ਦੇ ਉੱਤੇ ਅਸੀਂ ਪ੍ਰੇਰਨਾ ਕਰੀਏ ਕਿ ਨਸ਼ਿਆਂ ਤੋਂ ਰਹਿਤ ਰਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹੱਲ ਵੱਲੋਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮੈਨਹਾਟਨ ਵਿਖੇ ਕੱਢੀ ਜਾ ਰਹੀ ਹੈ। ਇਹ ਪਰੇਡ 12 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिला है क्या? जी नहीं, ये बनी है एमपी के खास व्हाइट होल व्हीट आटे से बने प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश। एकदम पापड़, इतनी नरम और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर, होल व्हीट, नो मैदा, रखे आपकी रोटी को सॉफ्ट और फ्रेश 8 घंटों के बाद भी। Plasma Records and Rajveer Entertainment proudly presents Punjabi Virsa 2014. 3 brothers, 3 stars, 1 great show. ओ सानू आशिकी दा सर्टिफिकेट दे दियो, ਅਸੀਂ BAM ਕਰ ਕਿਹੜਾ ਹਿਸਾਬ ਲੱਗਣਾ। ओ मिर्जाई सौ गया सी, नींद ड्राइवर जूना आवे, मिर्जाई सौ गया सी। आप दा शौकीन मुंडा एही गल्लां भालदा, एही गल्लां भालदा बई एही गल्लां भालदा। ओ साडे दिल ते भगत सिंह लिखिया, कागज़ां दी लोड़ कोई ना। मेरा कीतियां शुक्र तेरा लख मालका, लख मालका, सानू अपनी शरण विच रख। ਕੈਲੀਫੋਰਨੀਆ ਦੀਆਂ ਟਰੱਕਿੰਗ ਕੰਪਨੀਆਂ ਵਿੱਚੋਂ ਇੱਕੋ ਇੱਕ ਤਜਰਬੇਕਾਰ ਤੇ ਭਰੋਸੇਯੋਗ ਨਾਮ SNS ਟਰੱਕਿੰਗ, ਜੋ ਪਿਛਲੇ 20 ਸਾਲਾਂ ਤੋਂ ਤੁਹਾਡੀ ਸੇਵਾ ਕਰਦੀ ਆ ਰਹੀ ਹੈ। ਸਾਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਡੈਡੀਕੇਟਡ ਰਨ ਲਈ ਤਜਰਬੇਕਾਰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ।
ਲੋੜ ਲਾਉਣ ਤੋਂ ਤੁਰੰਤ ਬਾਅਦ ਆਪਣਾ ਪੇਪਰ ਵਰਕ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤੇ ਆਪਣਾ ਚੈੱਕ ਲੈ ਕੇ ਖੁਸ਼ੀ ਆਪਣੇ ਘਰ ਨੂੰ ਜਾਓ। ਵਧੇਰੇ ਜਾਣਕਾਰੀ ਲੈਣ ਲਈ ਕਾਲ ਕਰੋ ਬਾਈ ਜੀ ਨਾਜਰ ਸਹੋਤਾ ਤੇ ਸਟੀਵ ਢਿੱਲੋਂ ਨੂੰ 559 277 8831 ਉੱਤੇ। ਆਏ ਮਿਲ ਗੁਰ ਸਿੱਖ ਆਏ ਮਿਲ, ਆਏ ਮਿਲ ਗੁਰ ਸਿੱਖ ਆਏ ਮਿਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਹੀ ਸਾਧ ਸੰਗਤਾਂ ਨੂੰ ਵਿਸਾਖੀ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ। ਤੇ ਵਿਸਾਖੀ ਦੇ ਸੰਬੰਧ ਵਿੱਚ ਹੀ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜੋ ਕਿ 12 ਤਰੀਕ ਨੂੰ ਆਰੰਭ ਹੋਣਗੇ, 14 ਤਰੀਕ ਨੂੰ ਉਸ ਦੇ ਭੋਗ ਪਾਏ ਜਾਣਗੇ। ਉਪਰੰਤ ਸਾਰੀਆਂ ਹੀ ਸਾਧ ਸੰਗਤਾਂ ਵੱਲੋਂ ਸਤਿਗੁਰੂ ਜੀ ਦੇ ਦਰਬਾਰ ਤੇ ਦੀਵਾਨ ਸਜਣਗੇ। ਦੀਵਾਨਾਂ ਅੰਦਰ ਗੁਰਬਾਣੀ ਦੇ ਕੀਰਤਨ ਹੋਣਗੇ, ਜਿਸ ਵਿੱਚ ਵਿਸ਼ੇਸ਼ ਦੀਵਾਨ ਸਜ ਰਹੇ ਹਨ। ਤਿੰਨਾਂ ਵਿੱਚ ਰਾਗੀ ਅਤੇ ਢਾਡੀ ਅਤੇ ਗੁਰਬਾਣੀ ਗੁਰਮਤਿ ਵਿਚਾਰ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸਾਰੀਆਂ ਹੀ ਸਾਧ ਸੰਗਤਾਂ ਨੂੰ ਵਿਸਾਖੀ ਦੇ ਪੁਰਬ ਦੀ ਲੱਖ ਲੱਖ ਵਧਾਈ। ਹੋਰ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਝਵਾਨ ਤੇ ਸਤਿਕਾਰਯੋਗ ਤੇ ਪਿਆਰੇ ਦਰਸ਼ਕੋ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ ਤੁਹਾਡੇ ਸਾਂਝੇ ਮੰਚ ਦੇ ਉੱਤੇ ਕਰਨ ਲਈ ਤੁਹਾਡੇ ਨਾਲ ਸਾਂਝੀਆਂ ਵਿਚਾਰਾਂ। ਲੋ ਜਾਣਦੇ ਹਾਂ ਤੁਹਾਡੇ ਵਿਚਾਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਹਾਂਜੀ ਮੱਲੀ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੱਲੀ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਤੁਸੀਂ 에ਅਰ ਤੇ ਹੋ ਜੀ? ਕੀ ਅੱਜ ਦੇ ਕੀ ਵਿਚਾਰ ਨੇ ਤੁਹਾਡੇ? ਬਸ ਮਤਲਬ ਸਾਹਿਬ ਸਾਡੇ ਸਾਰੇ ਹੋਈ ਆ। ਸਾਡੇ ਮੈਂ ਪਹਿਲੀ ਵਾਰ ਕਾਲ ਕੀਤੀ, ਸਾਡੇ ਮੈਂ ਕਾਲ ਕੀਤੀ ਸੀ। ਹਾਂਜੀ। ਤੇ ਸਾਡੇ ਇੱਕ ਵੀਰ ਭਰਾ ਨੇ ਕਿਹਾ ਸੀ, ਕਹਿੰਦੇ ਤੁਸੀਂ ਸਾਹਮਣੇ ਲਾਏ ਉਹਨਾਂ ਨੇ ਘਰ ਦੱਸੂਗਾ ਜੀ ਜੀ। ਤੇ ਉਸ ਤੋਂ ਵੱਲੋਂ ਸੁਖੀਰ ਹਜ਼ਾਰ ਸਾਹਿਬ ਉਹਦੇ ਪਿਤਾ ਜੀ ਨੂੰ ਨਾਲ ਲੈ ਕੇ ਆਏ ਆ ਤੇ ਬੇਬੇ ਨਾਲ ਲੈ ਕੇ ਆਏ ਸੀ। ਹਾਂ ਹਾਂ। ਤੇ ਸਭ ਲੋਕਾਂ ਨੇ ਦਿਖਾਇਆ ਉਹਨਾਂ ਨੇ। ਹਾਂਜੀ। ਹੁਣ ਉਹਨਾਂ ਦਾ ਕਿੱਦਾਂ ਵਸੇਗਾ? ਜੇ ਬਸ ਇਹੀ ਹੁੰਦਾ ਮੱਲੀ ਸਾਹਿਬ, ਕਈ ਮੇਰੇ ਭਰਾਵਾਂ ਨੂੰ ਪਤਾ ਨਹੀਂ ਬੜੇ ਸਿਆਣੇ ਨੇ, ਮਤਲਬ ਨਾ ਉਹ ਸਿਚੁਏਸ਼ਨ ਨੂੰ ਜਾਂ ਉਸ ਪੁਆਇੰਟ ਨੂੰ ਨਹੀਂ ਅੰਡਰਸਟੈਂਡ ਕਰਦੇ ਕਿ ਇਹ ਸਾਰੇ ਹੀ ਮਸਲੇ ਜਿਹੜੇ ਅਸੀਂ ਇਸ ਵੀਡੀਓ ਦੇ ਉੱਤੇ, ਚਾਹੇ ਮੈਂ ਲੈ ਕੇ ਆਵਾਂ ਚਾਹੇ ਕੋਈ ਹੋਰ ਚੈਨਲ ਦੇ ਉੱਤੇ ਆਉਂਦੇ ਨੇ, ਇਹਨਾਂ ਨੂੰ ਬੜੇ ਸੋਚ ਵਿਚਾਰ ਕੇ ਤੇ ਬੜੀਆਂ ਇਹਨਾਂ ਦੀਆਂ ਜਿਹੜੀਆਂ ਤਹਿਾਂ ਤੱਕ ਜਾ ਕੇ ਵਿਸ਼ਿਆਂ ਦੇ ਜਿਹੜੇ ਤੱਤ ਕੱਢ ਕੇ ਹੀ ਅਸੀਂ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਹਾਂ। ਕੋਈ ਸਾਡਾ ਦੇਖੋ, ਹੁਣ ਤੁਸੀਂ ਸਾਡੇ ਕਾਲਰ ਹੋ, ਹੋਰ ਸਾਡੇ ਕਾਲਰ ਨੇ ਜਿਹੜੇ ਸਾਡੇ ਨਾਲ ਇਸ ਮੰਚ ਦੇ ਉੱਤੇ ਮੇਰੇ ਨਾਲ ਜੁੜੇ ਹੋਏ ਨੇ। ਮੈਂ ਤੁਹਾਨੂੰ ਕਿਸੇ ਨੂੰ ਪਰਸਨਲੀ ਨਹੀਂ ਜਾਣਦਾ, ਪਰ ਤੁਹਾਡਾ ਤੇ ਮੇਰਾ ਰਿਸ਼ਤਾ ਜਿਹੜਾ ਉਹ ਇਸ ਪ੍ਰੋਗਰਾਮ ਦੇ ਜ਼ਰੀਏ ਇੱਕ ਪਰਿਵਾਰਕ ਰਿਸ਼ਤਾ ਆਪਣਾ ਬਣਿਆ, ਰਾਈਟ? ਹਾਂਜੀ ਹਾਂਜੀ। ਇਸ ਕਰਕੇ ਆਪਾਂ ਕਈ ਵਾਰ ਉਹ ਚੀਜ਼ ਦੇ ਉੱਤੇ ਨਹੀਂ ਜਾਣਦੇ, ਪਰ ਚਲੋ ਮੇਰੇ ਉਹ ਭਰਾ ਜਿਹੜੇ ਇਹ ਉਹ ਚੀਜ਼ ਦੇ ਉੱਤੇ, ਜਿਹੜਾ ਰਮਨ ਵਾਲਾ ਉਸ ਦਿਨ ਆਪਾਂ ਗੱਲਬਾਤ ਕੀਤੀ ਸੀ, ਉਹ ਨਹੀਂ ਖੁਸ਼ ਸੀਗੇ, ਜਾਂ ਉਹਨਾਂ ਦੇ ਦਿਲਾਂ ਦੇ ਵਿੱਚ ਜਾਂ ਉਹਨਾਂ ਦੇ ਵਿਚਾਰ ਜਿਹੜੇ ਸੀ ਆਪਣੇ ਸੀਗੇ। ਪਰ ਜ਼ਰੂਰ ਸਮਝਣ ਦੀ ਟਰਾਈ ਕਰਿਆ ਕਰੋ, ਕੋਈ ਗੱਲ ਨਹੀਂ, ਹਰੇਕ ਦੇ ਆਪਣੇ ਆਪਣੇ ਮੱਲੀ ਸਾਹਿਬ ਵਿਚਾਰ ਨੇ ਤੇ ਸਾਰੇ ਹੀ ਸਿਆਣੇ ਨੇ। ਹਾਂਜੀ ਬਸ ਗੱਲ ਹੁੰਦੀ, ਬਾਕੀ ਆਪਾਂ ਸ਼ੋਅ ਨਹੀਂ ਕਰਾਂਗੇ ਉਹਦੇ ਉਗਲਾਂ ਦਾ ਸਹੀ ਬੰਦੇ ਦਾ ਕਿੱਦਾਂ ਪਤਾ ਲੱਗੂ? ਬਿਲਕੁਲ। ਗੱਲ ਤਾਂ ਆਪਾਂ ਇਹ ਦੱਸਣੀ ਆ ਵੀ ਸਚਾਈ ਦੀ ਤੇ ਬੁਰਾਈ ਦੀ, ਚੰਗਿਆਈ ਦੀ, ਮਾੜੇ ਚੰਗੇ ਇਨਸਾਨਾਂ ਦੀ ਕੀ ਹੋ ਰਿਹਾ, ਕਿਹਦੇ ਨਾਲ ਕੀ ਹੋ ਰਿਹਾ, ਗੱਲ ਤਾਂ ਆਪਾਂ ਇਹ ਸ਼ੋਅ ਅਪ ਕਰਨੀ ਹਨਾ। ਹਾਂਜੀ, ਰਾਮ ਜੀ ਸੀ ਤੇ ਰਾਮ ਨਹੀਂ ਜੋ ਹੁੰਦੇ ਤੇ ਬੁਰਾ ਕੌਣ ਬਣਦਾ? ਕੋਈ ਬੁਰਾ ਨਹੀਂ, ਉਹ ਵੀ ਚੰਗਾ ਰਹਿਣਾ ਸੀ। ਬਿਲਕੁਲ ਬਿਲਕੁਲ ਜੀ, ਬਿਲਕੁਲ। ਜੇ ਹੁਣ ਸਾਹਮਣੇ ਆਏ ਤੇ ਬੁਰੇ ਬਣੇ ਨਾ, ਉਹ ਰਾਮ ਜੀ ਚੰਗਾ ਤੇ ਰਾਮ ਜੀ ਬੁਰਾ ਸੀ, ਆਪਣਾ ਰਾਵਣ ਬੁਰਾ ਸੀ। ਜੀ ਜੀ। ਤੇ ਦੂਜੇ ਨੰਬਰ ਤੇ ਦਾਜ ਦਾ ਲੈ ਕੇ ਆਏ ਹੋ ਅੱਜ। ਉਹ ਇੱਕ ਤੁਸੀਂ ਸੁਣਿਆ ਨਾ, ਇੱਕ ਆਪਣਾ ਸ਼ੇਰ ਬੋਲਦੇ, ਲੋਕੀ ਸ਼ੇਰ ਬੋਲਦੇ ਹੁੰਦੇ ਸੀ। ਹਾਂਜੀ। 12 ਜਾਣਗੇ ਬਰਾਤ ਵੱਧ ਨੂੰ ਫਿਰੂ ਖਾਕੀ। ਵਾਹ ਵਾਹ ਵਾਹ। 12 ਜਾਣਗੇ ਬਰਾਤੀ ਤਮਾਸ਼ਾ ਦੇਖਣਗੇ। ਜੀ ਜੀ ਜੀ। ਇਹ ਜੋਗੀ ਦੀ ਬਾਤ ਹੈ ਜੀ। ਜੀ ਜੀ। ਹਾਂਜੀ ਹਾਂਜੀ, ਜੋਗਾ ਸਿੰਘ ਜੋਗੀ ਨੇ ਗਾਇਆ ਜੀ। ਥੈਂਕ ਯੂ ਮੱਲੀ ਸਾਹਿਬ। ਚਲੋ ਜੀ, ਓਕੇ, ਥੈਂਕ ਯੂ ਵੀਰ ਜੀ। ਹੈਲੋ ਹਾਂਜੀ ਮਨੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ। ਹਾਂ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ। ਹੋਰ ਸੁਣਾਓ ਜੀ, ਕੀ ਕਹਿਣਾ ਚਾਹੁੰਦੇ ਹੋ? ਅੱਜ ਕੀ ਵਿਚਾਰ ਨੇ ਤੁਹਾਡੇ? ਹਾਂਜੀ ਮੱਲਾ ਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ, ਬੜਾ ਵਧੀਆ ਮੁੱਦਾ ਤੁਸੀਂ ਸਮਾਜਿਕ ਲੈ ਕੇ ਆਏ ਹੋ। ਤੇ ਗੱਲ ਤਾਂ ਇਹ ਹੈ ਜੀ ਵੀ ਦਾਜ ਤੇ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ। ਦਾਜ ਹੈ ਤਾਂ ਇੱਕ ਲਾਹਨਤ ਹੈ, ਇਹਨੂੰ ਰੋਕਣਾ ਚਾਹੀਦਾ ਸੀਗਾ ਸ਼ੁਰੂ ਤੋਂ ਮੁੱਢ ਕਦੀਮੋਂ, ਪਰ ਇਹ ਰੋਕੀ ਨਹੀਂ ਜਾ ਸਕੀ। ਜੀ ਜੀ। ਜੇ ਕਦੇ ਇਹ ਡਾਊਨਫਾਲ ਆਈ ਵੀ ਹੈ ਤਾਂ
ਜਿਵੇਂ ਉਹ ਕਹਿ ਲਓ ਨਾ ਵੀ ਜਿਸ ਕੀ ਲਾਠੀ ਉਸ ਕੀ ਮੈਂਸ, ਸੋਚ ਕਰ ਲਓ ਕਿ 80ਵੀਆਂ ਦੇ 80ਵੀਆਂ ਦੇ ਵਿੱਚ ਜਾ ਕੇ ਜੀ ਜੀ ਬਿਲਕੁਲ ਰਤੈਲ ਸਿੰਘ ਭਿੰਡਰਾਂ ਵਾਲਿਆਂ ਹੋਣਾ ਦੀ ਕੁਛ ਕਿਰਪਾ ਸਰਕਾਰ। ਬਿਲਕੁਲ ਉਹ ਖਾਲਸਾ ਜੀ ਨੇ ਇੱਕ ਲਹਿਰ ਕੀਤੀ ਸੀ ਜਿਹੜੀ ਉਦੋਂ ਠੱਲ ਪਈ ਸੀ ਇਹ ਚੀਜ਼ ਨੂੰ। ਬਿਲਕੁਲ ਜੀ, ਜਾਂ ਉਹਨਾਂ ਦੇ ਜੋਸ਼ ਅੱਗੇ ਕੁਝ ਲੋਕਾਂ ਦੇ ਜਿਹੜੇ ਹੌਸਲੇ ਉਹ ਪਸਤ ਹੋਏ ਸਨ ਔਰ ਉਹਨਾਂ ਨੇ ਇਸ ਚੀਜ਼ ਨੂੰ ਮੰਨਣਾ ਸ਼ੁਰੂ ਕੀਤਾ ਸੀਗਾ। ਇਹ ਫਰਕ ਜ਼ਰੂਰ ਪਿਆ ਸੀ, ਬਿਲਕੁਲ ਬਹੁਤ ਜ਼ਿਆਦਾ ਪਿਆ ਸੀ। ਲੇਕਿਨ ਹਾਲਾਤ ਅੱਜ ਮੁੜ ਤੋਂ ਫਿਰ ਉਹ ਹੋ ਗਏ ਨੇ ਵੀ ਲੋਕ ਕੀ ਕਰਦੇ ਹੈਗੇ ਹੈ ਕਿ ਇੱਕ ਤਾਂ ਸਭ ਤੋਂ ਵੱਡੀ ਗਿਰਾਵਟ ਸਾਡੇ ਲੋਕਾਂ ਵਿੱਚ ਇਹ ਹੈ ਕਿ ਜਿਹੜੇ ਲੋਕ, ਕਿ ਮੈਕਸਿਮਮ ਤਬਕਾ ਮੇਰੀ ਸੋਚ ਦੇ ਮੁਤਾਬਕ ਜਿੰਨੀ ਕਿ ਦੇਰ ਮੈਂ ਇੱਥੇ ਵਿਚਰ ਰਿਹਾ ਲੋਕਾਂ ਦੇ ਵਿੱਚ, ਹੁਣ ਤਾਂ ਚਲੋ ਥੋੜਾ ਜਿਹਾ ਫਰਕ ਪੈ ਗਿਆ, ਨਹੀਂ ਤੇ ਪਹਿਲਾਂ ਮੈਕਸਿਮਮ ਤਬਕਾ ਜਿਹੜਾ ਹੈ ਉਹ ਅਨਪੜ੍ਹ ਆਇਆ ਹੋਇਆ ਇੱਥੇ। ਹੁਣ ਉਹ ਅਨਪੜ੍ਹ ਮੁੰਡੇ ਜਦੋਂ ਮੋਟੀਆਂ ਚੇਨੀਆਂ ਪਾ ਕੇ ਤੇ ਇੱਥੋਂ ਟਰੈਵਲਿੰਗ ਡਾਕੂਮੈਂਟ ਲੈ ਕੇ ਇੰਡੀਆ ਜਾਂਦੇ ਸਨ ਸੀਗੇ, ਤੇ ਉਹ ਉੱਥੇ ਜਾ ਕੇ ਸ਼ੋਸ਼ਾਬਾਜੀ ਇਹ ਸ਼ੋਅ ਕਰਦੇ ਸਨ ਜੀ ਇਹ ਬੜੇ ਮਤਲਬ ਵੱਡੇ ਮੁਲਕ ਚੋਂ ਆਏ ਨੇ ਤੇ ਬੜੇ ਅਮੀਰ ਹੈਗੇ ਨੇ ਲੋਕ। ਹੁਣ ਉੱਥੇ ਦੇ ਲੋਕ ਜਿਹੜੇ ਸੀਗੇ ਭੋਲੇ ਭਾਲੇ, ਉਹਨਾਂ ਦੀ ਸੋਚ ਇਹ ਸੀ ਕਿ ਪਤਾ ਨਹੀਂ ਅਮਰੀਕਾ ਦੇ ਵਿੱਚ ਜਾਂ ਇਹਨਾਂ ਬਾਹਰਲੇ ਮੁਲਕਾਂ 'ਚ ਕਿੱਡੇ ਕੁ ਵੱਡੇ ਦਰਖਤ ਲੱਗੇ ਨੇ, ਕਿੰਨੇ ਕੁ ਪੈਸੇ ਹੋਣਗੇ ਇਹਨਾਂ ਕੋਲ। ਉਹ ਇੱਕ ਲਾਲਚ ਵਸ ਹੋ ਕੇ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਬਹੁਤ ਜ਼ਿਆਦਾ ਦਾਜ ਦੂਜ ਦੇ ਕੇ ਤੇ ਉਹ ਇਹਨਾਂ ਮੁੰਡੇ ਨਾਲ ਵਿਆਹ ਦਿੰਦੇ ਸੀ ਜਿਹੜੀਆਂ ਇਹ ਹਰਾਸ ਹੁੰਦੀਆਂ ਸਨ। ਜਿਵੇਂ ਤੁਸੀਂ ਪਹਿਲਾਂ ਵੀ ਮੁੱਦਾ ਚੱਕਿਆ ਕਿ ਪਿਛਲੇ ਵੀਕ ਵੀ ਤੁਹਾਡਾ ਮੇਰੇ ਕੋਲ ਮੁੱਦਾ ਸੀਗਾ ਰਮਨਪ੍ਰੀਤ ਕੌਰ ਬੇਟੀ ਤੇ, ਅੱਜ ਵੀ ਤੁਸੀਂ ਗੱਲ ਕਰ ਰਹੇ ਸੀਗੇ ਤੇ ਉਹ ਇਹੋ ਜਿਹੇ ਮੁੱਦੇ ਸਾਰੇ ਜਿਹੜੇ ਨੇ ਨਾ, ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਰੀਆਂ ਨੇ ਉਹ ਇਹਨਾਂ ਕਾਰਨਾਂ ਕਰਕੇ ਹੀ ਵਾਪਰਦੀਆਂ ਕਿਉਂਕਿ ਜਿਹੜਾ ਲੋਭ ਹੈ ਨਾ, ਦਾਜ ਦਾ ਲੋਭ ਹੈ, ਇਹ ਨਾ ਤਾਂ ਢਿੱਡ ਭਰਦਾ ਹੈ ਕਿਸੇ ਦਾ ਤੇ ਨਾ ਹੀ ਲੋਕ ਇਸ ਚੀਜ਼ ਨੂੰ ਲੈਂਦੇ ਥੱਕਦੇ ਨੇ। ਜਦ ਕਿ ਮਤਲਬ ਅਸੂਲਨ ਜੇ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਆਪਣੇ ਸਿੱਖ ਧਰਮ ਨੂੰ ਜੇ ਇੱਕ ਮਿੰਟ ਲਈ ਆਪਾਂ ਲੈ ਕੇ ਤੁਰ ਪਈਏ ਤੇ ਸਾਨੂੰ ਹੱਕ ਸੱਚ ਦੀ ਤੇ ਕਿਰਤ ਕਰਨ ਦੀ ਹੀ ਜਾਚ ਸਿਖਾਈ ਗਈ ਸੀ। ਉਹਦੇ ਨਾਲ ਇਹ ਸੀਗਾ, ਇਹ ਸਿਖਾਇਆ ਗਿਆ ਸੀ ਕਿ ਜੇ ਅਸੀਂ ਹੱਕ ਸੱਚ ਦੀ ਮਿਹਨਤ ਕਰਕੇ ਤੇ ਕਮਾਵਾਂਗੇ, ਕਿਉਂਕਿ ਸਭ ਤੋਂ ਪਹਿਲਾਂ ਕਿਹਾ ਸੀਗਾ ਕੰਮ ਕਰਨ ਵਾਸਤੇ, ਠੀਕ ਹੈ ਨਾ ਜੀ, ਕਾਰ ਕਰਨ ਵਾਸਤੇ, ਫਿਰ ਨਾਮ ਜਪਣ ਵਾਸਤੇ, ਫਿਰ ਤੀਜੀ ਗੱਲ ਵੰਡ ਛਕਣ ਵਾਸਤੇ ਸੀਗੀ। ਅਸੀਂ ਕਾਰ ਕਰਨੀ ਸਿੱਖ ਲਈ, ਚਲੋ ਜੋ ਵੀ ਹੈ, ਲੇਕਿਨ ਸਾਡੇ ਮਨੋਂ ਲਾਲਚ ਨਹੀਂ ਮਰਿਆ। ਉਹ ਲਾਲਚ ਵਸ ਹੋ ਕੇ ਹੀ ਅਸੀਂ ਲੋਕ ਜਿਹੜੇ ਆ ਉਹ ਦਾਜ ਦੇ ਲੋਭੀ ਹੋਈ ਜਾ ਰਹੇ ਆ, ਜਦ ਕਿ ਇਸ ਚੀਜ਼ ਤੋਂ ਤੁਹਾਨੂੰ ਪਰੇ ਜਾਣਾ ਚਾਹੀਦਾ ਹੈ। ਤੇ ਚਾਹੀਦਾ ਇਹ ਹੈ ਕਿ ਇਨਸਟੈਡ ਆਫ ਦਾਜ ਸਾਨੂੰ ਸਾਰੇ ਲੋਕਾਂ ਨੂੰ ਅੱਜ ਦੇ ਸਮੇਂ ਦੇ ਮੁਤਾਬਕ ਵੱਧ ਤੋਂ ਵੱਧ ਮੈਕਸਿਮਮ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਚਾਹੀਦੀ ਹੈ ਤੇ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜੇ ਕਰਨੇ ਚਾਹੀਦੇ ਆ ਤਾਂ ਜੋ ਉਹ ਆਪਣਾ ਆਉਣ ਵਾਲਾ ਸਮਾਂ ਜਿਹੜਾ ਹੈ, ਨਵਾਂ ਸਮਾਜ ਜਿਹੜਾ ਹੈ ਵਧੀਆ ਸਿਰ ਸਕਣ। ਕਿਉਂਕਿ ਕਿਸੇ ਦੇ ਦਿੱਤੇ ਦੇ ਨਾਲ ਤਾਂ ਕਿਸੇ ਦਾ ਜਿਵੇਂ ਕਹਿੰਦੇ ਹੁੰਦੇ ਆ ਵੀ ਦੂਜੇ ਦੇ ਦਿੱਤੇ ਨਾਲ ਬੰਦਾ ਕਿੰਨੀ ਕੁ ਦੇਰ ਖਾ ਲੇਗਾ, ਨਾਲੇ ਢਿੱਡ ਹੀ ਨਹੀਂ ਭਰਦਾ ਜੀ, ਦੂਜੇ ਦੇ ਦਿੱਤੇ ਕਿੰਨਾ ਢਿੱਡ ਭਰਦਾ। ਉਹ ਅਲਟੀਮੇਟਲੀ ਉਹ ਡਾਊਨ ਜਾਣਾ ਹੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਸੁਣਾਉਣਾ। ਮੇਰੇ ਨਾਲ ਨਾ ਕਈ ਵਾਰੀ ਇਹ ਭਾਣਾ ਵਾਪਰਦਾ ਹੁੰਦਾ ਹੈ। ਮੈਨੂੰ ਇੱਕ ਦਿਨ ਆਪਣੇ ਪਿੰਡ ਦੇ ਕੋਈ ਬੱਸ ਮਿਲ ਗਿਆ ਤੇ ਗੱਲਾਂ ਕਰਦੇ 2 ਮਿੰਟ ਦਾ ਟਾਈਮ ਸੀਗਾ, ਗੱਲਾਂ ਕਰਦੇ ਮੈਨੂੰ ਕਹਿੰਦਾ ਸਰਦਾਰ ਜੀ, ਕਹਿੰਦਾ ਮੇਰੇ ਕੋਲ 2 ਕਿ 3 ਘਰੇ ਸਟੋਰ ਹੈਗੇ ਆ ਤੇ ਫਲਾਣੀ ਮੇਰੇ ਕੋਲ ਬੜੀ ਪ੍ਰਾਪਰਟੀ ਹੈਗੀ ਹੈ। ਮੇਰੇ ਕੋਲ ਤਕਰੀਬਨ 2 ਥਾਂ ਵੱਡਾ ਸੀਗਾ ਤੇ ਮੈਂ ਉਹਨੂੰ ਇਹ ਲਫ਼ਜ਼ ਪੈਸੇ ਦੀ ਪੁੱਛਿਆ। ਮੈਂ ਕਿਹਾ ਭਾਈ ਜਾਨ ਬਾਕੀ ਗੱਲਾਂ ਤਾਂ ਛੱਡੋ, ਮੈਨੂੰ ਪਹਿਲਾਂ ਇਹ ਦੱਸੋ ਵੀ ਤੁਹਾਡੇ ਬੱਚੇ ਕਿੰਨੇ ਆ, ਕਿੰਨੇ ਕੀ ਕਰਦੇ ਆ? ਕਹਿੰਦਾ ਜੀ ਇੱਕ ਸਕੂਲ 'ਚ ਜਾਂਦਾ ਤੇ ਇੱਕ ਕਾਲਜ 'ਚ ਜਾਂਦਾ, ਹਾਲਾਂਕਿ ਉਮਰ 'ਚ ਮੇਰੇ ਤੋਂ 2 ਜਾਂ 3 ਥਾਂ ਵੱਡਾ ਸੌਰੀ। ਤੇ ਮੈਂ ਉਹਨੂੰ ਇਹੀ ਲਫ਼ਜ਼ ਕਿਹਾ ਸੀਗਾ, ਮੈਂ ਕਿਹਾ ਯਾਰ ਤੁਸੀਂ ਗੋਲੀ ਮਾਰੋ ਇਹਨਾਂ ਸਟੋਰਾਂ ਨੂੰ ਤੇ ਗੋਲੀ ਮਾਰੋ ਬਾਕੀ ਚੀਜ਼ਾਂ ਨੂੰ, ਤੁਸੀਂ ਆਪਣੇ ਬੱਚੇ ਨੂੰ ਐਜੂਕੇਟ ਕਰੋ। ਹੁਣ ਜੇ ਤੁਹਾਡਾ ਬੱਚਾ ਡਾਕਟਰ ਜਾਂ ਇੰਜੀਨੀਅਰ ਹੋਏਗਾ ਤੇ ਤੁਹਾਨੂੰ ਉਹਦੇ ਦਾਜ ਦਹੇਜ ਦੀ ਜਾਂ ਉਹਦੇ ਬਾਰੇ ਸੋਚਣ ਦੀ ਲੋੜ ਨਹੀਂ ਹੈ, ਆਪਣੇ ਆਪ ਹੀ ਸਾਰਾ ਕੁਝ ਜਿਹੜਾ ਹੈਗਾ ਵਾ ਉਹ ਕ੍ਰੀਏਟ ਕਰ ਲਏਗਾ। ਸੋ ਮੇਰੀ ਇਹ ਨਕਸ਼ਲ ਇਹੀ ਬੇਨਤੀ ਹੈ ਕਿ ਮੈਕਸਿਮਮ ਜਿਹੜੇ ਆਪਾਂ ਲੋਕ ਹੈਗੇ ਆ, ਮੈਕਸਿਮਮ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ। ਦਾਜ ਦਹੇਜ ਦੇ ਜਿਹੜਾ ਲਾਹਨਤ ਹੈਗੀ ਹੈ ਇਹਦੇ ਤੋਂ ਹਰ ਹੀਲੇ ਵਸੀਲੇ ਬਚਾ ਕੇ ਕਰਨਾ ਚਾਹੀਦਾ ਤਾਂ ਜੋ ਆਉਣ ਵਾਲਾ ਸਮਾਜ ਜਿਹੜਾ ਉਹ ਬਹੁਤ ਵਧੀਆ ਹੋ ਸਕੇ। ਥੈਂਕ ਯੂ ਜਰਨੈਲ ਸਿੰਘ ਜੀ, ਥੈਂਕ ਯੂ ਸੋ ਮਚ, ਧੰਨਵਾਦ ਜੀ ਤੁਹਾਡਾ। ਪਿਆਰੇ ਦਰਸ਼ਕੋ, ਬ੍ਰੇਕ ਦਾ ਸਮਾਂ ਹੋ ਗਿਆ, ਇੱਕ ਬ੍ਰੇਕ ਲੈਣੀ ਪੈਣੀ ਹੈ, ਉਸ ਤੋਂ ਬਾਅਦ ਫੇਰ ਹਾਜ਼ਰ ਹੋਵਾਂਗਾ ਤੁਹਾਡੇ ਸਾਂਝੇ ਮੰਚ ਦੇ ਉੱਤੇ ਕਰਨ ਲਈ ਤੁਹਾਡੇ ਨਾਲ ਸਾਂਝੀਆਂ ਵਿਚਾਰਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵਿੰਦਰ ਸਿੰਘ ਜੌਲ ਆਪਣਾ ਬਾਜ਼ਾਰ ਦੇ ਪੂਰੇ ਅਦਾਰੇ ਵੱਲੋਂ ਸਮੂਹ ਸਿੱਖ ਜਗਤ ਨੂੰ 27ਵੀਂ ਸਿੱਖ ਡੇ ਪਰੇਡ ਦੀਆਂ ਬਹੁਤ ਵਧਾਈਆਂ ਦਿੰਦਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਹੁਮਾ ਕੇ ਪੁੱਜੋ ਕਿ ਆਪਾਂ ਪਰੇਡ ਦੀਆਂ ਰੌਣਕਾਂ ਵਧਾ ਸਕੀਏ ਔਰ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਸਾਨੀ ਕੁਰਬਾਨੀ ਨੂੰ ਵੀ ਯਾਦ ਕਰ ਸਕੀਏ। ਉਹਨੇ ਆਪਣਾ ਪਿਤਾ ਚਾਰ ਸਾਹਿਬਜ਼ਾਦੇ ਆਪਣੇ ਆਪ ਨੂੰ ਸਾਡੇ ਸਿੱਖਾਂ ਦੇ ਲਈ ਕੁਰਬਾਨ ਕਰ ਦਿੱਤਾ। ਉਹਦੀ ਕੁਰਬਾਨੀ ਨੂੰ ਅਸੀਂ ਨਮਸਕਾਰ ਕਰੀਏ, ਸਾਰੇ ਉੱਥੇ ਇਕੱਠੇ ਹੋ ਕੇ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣਾ ਬਾਜ਼ਾਰ ਤੋਂ ਦੀਪਕ ਭਾਰਦਵਾਜ ਵਿਸਾਖੀ ਦੀਆਂ ਸਾਰੇ ਸਮੁੱਚੇ ਪੰਜਾਬੀਆਂ ਨੂੰ ਤੇ ਪੂਰੀ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਇਸ ਸਾਲ ਜੋ ਹਰ ਸਾਲ ਦੀ ਤਰ੍ਹਾਂ ਪਰੇਡ ਕੱਢੀ ਜਾ ਰਹੀ ਆ, ਇੱਥੇ ਸਾਰੇ ਪੰਜਾਬੀਆਂ ਨੂੰ ਮੈਂ ਅਪੀਲ ਕਰਦਾ ਕਿ ਇਸ ਪਰੇਡ ਦੇ ਵਿੱਚ ਹੁਮ ਕੇ ਪਹੁੰਚੀਏ ਤਾਂ ਕਿ ਅਸੀਂ ਸਾਰੇ ਲੋਕਾਂ ਨੂੰ ਆਪਣੀ ਇਕਜੁੱਟਤਾ ਦਾ ਪ੍ਰਮਾਣ ਦੇ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ। ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਂ। ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ 300 ਨਾਰਥ ਗ੍ਰੈਂਡ ਐਵੇਨਿਊ, ਲੈਂਸਿੰਗ ਮਿਸ਼ੀਗਨ 48933। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ। मेरे साथ चलो मेरे साथियों, चटपट की दुनिया के मजे लूट लो। पापा मम्मी दादा दादी फ्रेंड्स को बुलाओ, चटपट के मैजिक में सभी खो जाओ। चटपट के मैजिक, चटपट के मैजिक, जिंदगी लाइफ में ले आओ मजा। चटपट सा मैजिकल टेस्ट भरा, बोरिंग दही को बनाओ इंटरेस्टिंग। पूरी पे डालो ये मैजिकल स्प्रिंकलिंग, अकेले खाओ या सभी के साथ खाओ। चटपट की दुनिया में सभी खो जाओ, खाने के साथ या इवनिंग टाइम स्नैक। मजा आए तब जब खोले ये चटपट का पैक। चटपट गायब हो जाए चटपट। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ਵਾਹਿਗੁਰੂ 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 ਵਾਹਿਗੁਰੂ। ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ 18 ਅਪ੍ਰੈਲ 2014 ਤੋਂ ਕੈਲੀਫੋਰਨੀਆ ਅਮਰੀਕਾ ਦੌਰੇ ਤੇ ਆ ਰਹੇ ਨੇ। ਇਸ ਮੌਕੇ ਉਹ ਵੱਖ-ਵੱਖ ਗੁਰੂ ਘਰਾਂ 'ਚ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਨਗੇ, ਉੱਥੇ ਹੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਅੰਮ੍ਰਿਤ ਸੰਚਾਰ ਵੀ ਕਰਨਗੇ। ਆਪ ਸਮੂਹ ਸਾਧ ਸੰਗਤ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਵੱਖ-ਵੱਖ ਗੁਰੂ ਘਰਾਂ ਵਿੱਚ ਪਹੁੰਚ ਕੇ ਗੁਰਬਾਣੀ ਦਾ ਲਾਹਾ ਲਵੋ ਜੀ। ਸਬਸਕ੍ਰਾਈਬ ਕਰਨ ਲਈ ਕਾਲ ਕਰੋ 1844 455 66527। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਆ ਮੇਰੇ ਪਿਆਰੇ ਦੋਸਤੋ, ਸਤਿਕਾਰਯੋਗ ਦਰਸ਼ਕੋ। ਲਓ ਲੈਂਦੇ ਤੁਹਾਡੀ ਕਾਲ, ਜਾਣਦੇ ਤੁਹਾਡੇ ਵਿਚਾਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਹੈਲੋ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ ਜੀ? ਮੈਂ ਕਰਨੈਲ ਸਿੰਘ ਆ ਜੀ। ਹਾਂਜੀ ਕਰਨੈਲ ਸਿੰਘ ਜੀ, ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਜਿਹੜਾ ਇਹ ਟ੍ਰੈਂਡ ਚੱਲਦਾ ਨਾ, ਇਹ ਸਾਰਾ ਨੰਬਰ ਹੈ ਜਿਹੜੇ ਲੋਕ ਰਚਦੇ ਆ, ਇਹ ਬਾਹਰ ਆਉਣੇ ਵਾਸਤੇ ਜ਼ਿਆਦਾ ਲੋਕਾਂ ਦੀ ਕੋਸ਼ਿਸ਼ ਹੈ ਜੀ ਜੀ।
ਠੀਕ ਹੈ ਨਹੀਂ ਨਹੀਂ ਆਪਾਂ ਅੱਜ ਦਾਜ ਤੇ ਗੱਲ ਕਰ ਰਹੇ ਹਾਂ ਕਰਨੈਲ ਸਿੰਘ ਜੀ। ਹਾਂਜੀ ਦਾਜ ਦੇ ਉੱਤੇ ਗੱਲ ਕਰ ਰਹੇ ਹਾਂ, ਦਾਜ ਦੇ ਉੱਤੇ ਗੱਲ ਕਰ ਰਹੇ ਹਾਂ। ਦਾਜ ਦੀ ਜਿਹੜੀ ਹੈ ਆਪਾਂ ਬਾਹਰ ਤੋਂ ਜਿਹੜੇ ਇੱਧਰ ਤੋਂ ਲੋਕ ਜਾਂਦੇ ਆ ਫੋਰਨ ਕੰਟਰੀ ਤੇ, ਉਹ ਦਾਜ ਜ਼ਿਆਦਾ ਮੁੰਡੇ ਜ਼ਿਆਦਾ ਲੈਂਦੇ ਆ ਜੀ ਜੀ। ਤੇ ਜਦੋਂ ਕੁੜੀਆਂ ਦੀ ਵਾਰੀ ਆਉਂਦੀ ਹੈ, ਕੁੜੀਆਂ ਵੀ ਅੱਜ ਕੱਲ ਘੱਟ ਨਹੀਂ ਹੈਗੀਆਂ। ਪਰਿਵਾਰ ਵਿੱਚ ਮੈਂ ਦੇਖਿਆ ਹੈਗਾ ਕਿ ਇੱਕ ਕੁੜੀ ਨੇ ਕੇਸ ਕੀਤਾ ਹੈ, ਮੇਰੇ ਤੋਂ 60 ਲੱਖ ਰੁਪਇਆ ਦਾਜ ਵਿੱਚ ਲਿਆ। ਬੋਲੇ 60 ਲੱਖ ਜੀ? 60 ਲੱਖ ਕੁੜੀ ਨੇ ਲਿਆ ਹੈ? ਹਾਂਜੀ। ਕੈਨੇਡਾ ਦੀ ਗੱਲ ਹੈ ਜੀ ਇਹ? ਤੇ ਜਿਹੜੇ ਇੰਡੀਆ ਤੋਂ ਆਉਂਦੇ ਆ ਉਹ ਕੁੜੀ ਨਾਲ ਰੋਲ ਕੇ ਛੱਡਦੇ। ਫਿਰ ਉਹਨਾਂ ਦੀ 60 ਲੱਖ ਲੈਣ ਤੋਂ ਬਾਅਦ ਕੋਈ ਫਿਰ ਪਰਿਵਾਰਕ ਸਾਂਝ ਬਣੀ ਰਹੀ ਕਿ 60 ਲੱਖ ਹੀ ਪੱਲੇ ਰਹਿ ਗਿਆ ਜੀ? 60 ਲੱਖ ਜਾਣੀ ਉਹਨੇ ਕੇਸ ਕਰਿਆ ਹੈ, ਮੇਰੇ ਤੋਂ 60 ਲੱਖ ਲਿਆ। ਮੁੰਡੇ ਵਾਲਿਆਂ ਨੇ ਕੇਸ ਕੀਤਾ ਹੋਇਆ ਹੈ ਨਾ, ਕੁੜੀ ਵਾਲੇ ਨੇ ਕੀਤਾ। ਅੱਛਾ, ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਦੇ ਕੀਤਾ ਹੋਇਆ। ਠੀਕ ਹੈ। ਕੁੜੀ ਇੱਥੇ ਆਈ, ਕੈਨੇਡਾ ਵਿੱਚ ਆਈ ਹੋਈ ਆ। ਠੀਕ ਇਸ ਕਰੇ ਮੇਰੇ ਤੋਂ 60 ਲੱਖ ਰੁਪਏ ਲਿਆ ਵਿਆਜ ਦੇ ਵਿੱਚ। ਤੇ ਅਸਲੀਅਤ ਗੱਲ ਇਹ ਆ ਕਿ ਉਹ ਕੁੜੀ ਜਦੋਂ ਇੱਥੇ ਆਈ, ਉਹ ਕੁੜੀ ਨੂੰ ਉਹਨਾਂ ਨੇ ਐਜੂਕੇਸ਼ਨ ਦਿੱਤੀ। ਜਦੋਂ ਉਹਦੀ ਐਜੂਕੇਸ਼ਨ ਕੰਪਲੀਟ ਹੋ ਗਈ, ਉਸ ਤੋਂ ਬਾਅਦ ਹੀ ਉਹ ਬਦਲ ਗਈ। ਅੱਛਾ, ਕੁੜੀ ਬਦਲ ਗਈ? ਓਕੇ, ਬਦਲ ਗਈ। ਕੁੜੀ ਨੇ ਛੱਡ ਦਿੱਤਾ। ਉਹਦੇ ਕੋਲ ਬੱਚਾ ਵੀ ਹੈਗਾ ਇੱਕ, ਔਰ ਜਾਣਦਾ ਮੈਂ ਉਸ ਫੈਮਿਲੀ ਨੂੰ। ਮੁੰਡਾ ਜਿਹੜਾ ਬਹੁਤ ਅੱਛਾ, ਬਹੁਤ ਮਿਹਨਤੀ ਆ, ਪਰ ਉਹ ਬਦਲ ਗਈ, ਕੁੜੀ ਬਦਲ ਗਈ। ਕੀ ਕਰ ਸਕਦਾ ਜੀ? ਉਹੀ ਗੱਲ ਆ ਨਾ ਵੀ ਦੇਖੋ, ਦਾਜ ਆ ਜਿਹੜਾ, ਦਾਜ ਦੇਖੋ ਕਿੰਨਾ ਕੁਛ ਕਰਾ ਦਿੰਦਾ। ਕਿਸੇ ਦਾ ਡਰ ਨਹੀਂ ਹੈਗਾ। ਜੀ ਜੀ ਜੀ, ਠੀਕ ਹੈ। ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾ ਲੈਂਦੇ ਆ, ਪਾਠ ਪੜ੍ਹਦੇ ਆ, ਧਾਰਮਿਕ ਬਹੁਤ ਦਿਖਾਉਂਦੇ ਆਪਣੇ ਉਹਨੂੰ, ਪਰ ਕੋਈ ਵੀ ਧਾਰਮਿਕ ਨਹੀਂ ਹੈ। ਬਿਲਕੁਲ ਬਣਦੇ ਨਹੀਂਗੇ ਉਹਨੇ ਜਿੰਨੇ ਆਪਾਂ ਦਿਖਾਵਾ ਕਰਦੇ ਹਾਂ ਜੀ। ਦਿਖਾਵਾ ਕਰਦੇ ਆ। ਇਹ ਜੇ ਕਿਸੇ ਨੇ ਜੇ ਜ਼ੁਲਮ ਕਰਨਾ, ਇਹ ਕਿਸੇ ਦੀ ਦਿਮਾਗੀ ਕਾਢ ਹੈ, ਦਿਮਾਗੀ ਸ਼ੈਤਾਨਗੀ ਹੈ, ਕੰਟਰੋਲ ਨਹੀਂ ਕਰ ਸਕਦੇ। ਬਿਲਕੁਲ। ਪਰ ਹੁਣ ਉਹਨਾਂ ਦਾ ਕੀ ਕੋਈ ਫੈਸਲੇ ਤੇ ਗੱਲ ਪਹੁੰਚੀ ਕਿ ਹਜੇ 60 ਲੱਖ ਹੀ ਕਮਾਈ ਜਾਂਦਾ ਸਾਰਾ ਕੁਝ? ਨਾ, ਘੁੰਮਦਾ ਹਾਲ ਤੱਕ ਕੋਈ ਫੈਸਲਾ ਨਹੀਂ ਹੋਇਆ। ਹਜੇ ਘੁੰਮਦਾ, ਹਜੇ ਕਿਸੇ ਤਣ ਪੱਤਣ ਲੱਗਿਆ ਨਹੀਂ ਹੈ ਜੀ? ਹਾਂਜੀ, ਹਾਲੇ ਕੋਈ ਮਤਲਬ ਸਾਡਾ ਸੰਪਰਕ ਟੁੱਟਿਆ ਹੈ ਹੁਣ, ਸਾਨੂੰ ਕੋਈ ਪਤਾ ਨਹੀਂ ਲੱਗਦਾ। ਤੇ ਇਹ ਜਿਹੜਾ ਜ਼ੁਲਮ ਕਰਨਾ, ਇਹ ਕਿਸੇ ਦੇ ਕਹਿਣ ਨਾਲ ਨਹੀਂ ਹੈਗਾ, ਇਹ ਦਿਮਾਗੀ ਕਾਢ ਹੈ। ਆਪਾਂ ਕੁਝ ਨਹੀਂ ਕਰ ਸਕਦੇ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਦਮੀ ਧੋਖਾ ਦਿੰਦਾ ਹੈ, ਆਦਮੀ ਉਹਦੇ ਵਾਸਤੇ ਇਨਸਾਨ ਕੁਝ ਨਹੀਂ ਹੈਗਾ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਥੈਂਕ ਯੂ ਕਰਨੈਲ ਸਿੰਘ ਜੀ, ਥੈਂਕ ਯੂ। ਥੋੜੇ ਜਿਹੇ ਪਿੱਛੇ ਜਾਈਏ, 70-80 ਸਾਲ ਪਹਿਲਾਂ। ਪਹਿਲਾਂ ਕਹਾਵਤ ਹੁੰਦੀ ਸੀ, ਜੱਟ ਕਲਾੜੀ ਪੱਟ, ਧੀ ਨੂੰ ਵੇਚ ਪਸਾ ਪੱਟ। ਠੀਕ ਹੈ ਜੀ। ਉਹ ਜੇ ਉਹ ਕਿਸੇ ਨੇ ਕੁੜੀ ਵਾਸਤੇ, ਗਰੀਬ ਨੇ ਪੈਸੇ ਲੈ ਵਿਆਹ ਕਰਨੇ ਵਾਸਤੇ ਵਿਆਹ ਪਤੇ ਲਾ ਦਿੰਦਾ ਸੀ, ਅਗਲੇ ਸੋਹਣੀ ਇੱਜ਼ਤ ਨਾਲ ਵੀ ਰੱਖਦੇ ਸੀ। ਤੇ ਉਦੋਂ ਹੁਣ ਅੱਜ ਕੋਈ ਕਹਿੰਦਾ ਵੀ ਮੈਂ ਪੁੱਤ ਨੂੰ ਵੇਚਦਾ। ਬਿਲਕੁਲ ਬਿਲਕੁਲ। ਕੋਈ ਧੀ ਵੇਚ ਰਿਹਾ ਜੀ, ਕੋਈ ਪੁੱਤ ਵੇਚ ਰਿਹਾ। ਹਾਂ। ਥੈਂਕ ਯੂ ਕਰਨੈਲ ਸਿੰਘ ਜੀ, ਤੁਹਾਡਾ ਥੈਂਕ ਯੂ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਤੁਹਾਡੀ ਕਾਲ ਕੱਟੀ ਗਈ ਸੀ ਮੇਰੇ ਖਿਆਲ ਚ। ਨਹੀਂ ਜੀ, ਮੇਰੀ ਨਹੀਂ ਕੱਟੀ ਗਈ। ਅੱਛਾ, ਨਹੀਂ ਸਾਰੀ। ਹਾਂਜੀ, ਕੌਣ ਬੋਲਦੇ ਆ ਜੀ? ਮੈਂ ਕੁਲਵਿੰਦਰ ਸਿੰਘ ਬੋਲਦਾ ਜੀ, ਕੈਨੇਡਾ ਤੋਂ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੁਲਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ ਹੋ ਅੱਜ? ਕੀ ਨੇ ਵਿਚਾਰ? ਇੱਕ ਤਾਂ ਤੁਹਾਡਾ ਬੜਾ ਸੰਵੇਦਨਸ਼ੀਲ ਵਿਸ਼ਾ ਅੱਜ। ਜੀ ਜੀ। ਤੇ ਇੱਕ ਸਾਡੇ ਅਨੁਸਾਰ ਗੱਲ ਮੈਂ ਇੱਥੋਂ ਸ਼ੁਰੂ ਕਰੂੰਗਾ। ਸਾਨੂੰ ਸਾਰਿਆਂ ਨਾਲੋਂ ਵੱਡੀ ਗੱਲ ਜਿਹੜੀ ਲੈ ਬਹਿਣੀ ਹੈ ਸਾਨੂੰ, ਜਾਂ ਲੈ ਵਹਿ ਰਹੀ ਹੈ, ਵੀ ਅਸੀਂ ਜੱਟ ਹੁੰਦੇ ਆ ਜੀ। ਤੇ ਨੰਬਰ 2, ਜਿਹੜਾ ਤੁਸੀਂ ਦਾਜ ਦੀ ਗੱਲ ਕੀਤੀ ਹੈ ਜੀ ਜੀ, ਤੇ ਇਹ ਕੰਮ ਹੋਕ ਐਂਡ ਕਰੋਕ ਨਾਲ ਤਾਂ ਖਤਮ ਹੋ ਨਹੀਂ ਸਕਦਾ ਜੀ ਜੀ। ਤੇ ਥੋੜਾ ਚਿਰ ਜਿਹੜਾ ਇਹ ਕੰਮ ਸ਼ੁਰੂ ਹੋਇਆ ਸੀ ਜਾਂ ਹਟਿਆ ਸੀਗਾ, ਚਲੋ ਉਹ ਠੀਕ ਆ, ਵੱਡੀ ਗਲਤੀ ਨਾਲੋਂ ਛੋਟੀ ਗਲਤੀ ਕਰ ਲੈਣੀ ਚੰਗੀ ਗੱਲ ਹੈ। ਜੀ ਜੀ ਜੀ। ਤੇ ਫਿਰ ਗੱਲ ਤਾਂ ਫਿਰ ਉੱਥੇ ਦੀ ਉੱਥੇ ਹੀ ਰਹਿ ਗਈ। ਬਿਲਕੁਲ, ਪਨਾਲਾ ਥਾਂ ਦੀ ਥਾਂ ਰਹਿ ਗਿਆ ਜੀ। ਬਿਲਕੁਲ। ਤੇ ਉਹ ਤੇ ਥੋੜੇ ਜਿਹੇ ਸਿਆਣੇ ਬੰਦਿਆਂ ਨੂੰ ਮੋਹਰੇ ਹੋਣਾ ਚਾਹੀਦਾ ਸੀ। ਚਲੋ ਇਹ ਮੈਂ ਕਹਿ ਨਹੀਂ ਸਕਦਾ ਵੀ ਕਿਹੜੇ ਸਿਆਣੇ ਜੇ ਕਿਹੜੇ ਨਹੀਂ, ਜੇ ਉਹ ਨਹੀਂ ਮੋਹਰੇ ਹੋਏ ਜੀ ਜੀ, ਜਾਂ ਕਿਸੇ ਦੀ ਵੱਸ ਦੀ ਗੱਲ ਨਹੀਂ ਸੀ। ਜੀ ਜੀ। ਗੱਲ ਇੱਥੇ ਹੀ ਖਤਮ ਹੋਣੀ ਹੈ ਜੀ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕੰਮ। ਵਾਹਿਗੁਰੂ ਜੀ। ਜਿੰਨਾ ਚਿਰ ਅਸੀਂ ਆਪਣੇ ਮੁੱਢ ਤੋਂ ਨਹੀਂ ਜੁੜਦੇ ਤੇ ਅਖੀਰ ਤੱਕ ਪਹੁੰਚਣਾ ਹੀ ਕੀ ਹੈ। ਜਦੋਂ ਮੂਲ ਹੀ ਨਹੀਂ ਪਛਾਣਿਆ ਜੀ ਵੀ ਆਪਣਾ ਮੂਲ ਕੀ ਹੈ। ਇਹ ਮੁੜ ਕੇ ਗੱਲ ਅਜੇ ਤਾਂ ਕੁਝ ਵੀ ਨਹੀਂ ਹੋਇਆ। ਇਹ ਜਿਹੜਾ 60 ਲੱਖ ਜਾਂ 1 ਕਰੋੜ ਜਾਂ 1.5 ਕਰੋੜ ਜਾਂ 5 ਕਰੋੜ ਕਹਿਣ ਦੇ ਜੇ ਨਾ, ਕੁਝ ਵੀ ਨਹੀਂ ਹੈ। ਇਹ ਨਿਤ ਹੋਣਗੇ। ਇਹ ਸਾਡੇ ਬਾਬਾ ਜੀ ਐਵੇਂ ਨਹੀਂ 550 ਸਾਲ ਪਹਿਲਾਂ ਕਹਿ ਗਏ ਸੀਗੇ ਵੀ ਗਾਂ ਤੋਂ ਗਾਂ ਦੇਖਿਓ ਸਹੀ ਇਹ ਹੋਣਾ ਕੀ ਹੈ। ਜਿਹੜੇ ਕੌਮ ਦੇ ਲੀਡਰ ਆ ਇਹ ਮੋਹਰੇ ਹੋਣਗੇ ਤੇ ਜਨਤਾ ਇਹਨਾਂ ਦੇ ਮਗਰ ਲੱਗੂਗੀ। ਤੇ ਕੰਮ ਉੱਥੇ ਖਤਮ ਹੋਣਾ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫ।
ਥੈਂਕ ਯੂ ਗੁਰਵਿੰਦਰ ਸਿੰਘ ਜੀ, ਥੈਂਕ ਯੂ ਸੋ ਮਚ। ਸ਼ੁਕਰੀਆ, ਸਤਿ ਸ੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ ਵੀਰ ਜੀ? ਮੈਂ ਅਮਰੀਕ ਚੀਮਾ ਬੋਲ ਰਿਹਾ। ਹਾਂਜੀ ਚੀਮਾ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਕੋਈ ਦਾਜ ਦੇ ਮਸਲੇ ਤੇ ਮੇਰਾ ਇਹ ਕੁਝ ਵੱਖਰੇ ਵਿਚਾਰ ਆ। ਬਿਲਕੁਲ ਦੱਸੋ ਚੀਮਾ ਸਾਹਿਬ, ਬਿਲਕੁਲ ਵਿਚਾਰ ਜਾਣਨ ਲਈ ਆਪਾਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਦੇਖੋ, ਮੁੰਡੇ ਤੇ ਕੁੜੀ ਦੇ ਇੱਕੋ ਹੱਕ ਆ। ਠੀਕ ਆ, ਆਪਾਂ ਮੁੰਡੇ ਦੇ ਵਿਆਹ ਤੇ ਵੀ ਉਹਨਾਂ ਖਰਚਾ ਕਰਦੇ ਹਾਂ। ਬਿਲਕੁਲ। ਤੇ ਕੁੜੀ ਦੇ ਵਿਆਹ ਤੇ ਕਿਉਂ ਨਹੀਂ ਖਰਚਾ ਕਰ ਸਕਦੇ? ਕਿਉਂਕਿ ਕੁੜੀ ਦਾ ਵੀ ਹੱਕ ਉਹਨਾਂ ਜ਼ਮੀਨ ਜਾਇਦਾਦ। ਇੱਕ ਮਿੰਟ ਚੀਮਾ ਸਾਹਿਬ, ਇੱਥੇ ਮੈਂ ਤੁਹਾਡੀ ਗੱਲ 'ਚ ਇੱਕ ਗੱਲ ਹੋਰ ਐਡ ਕਰਦਾ। ਉਹ ਜਿਹੜੀ ਗੱਲ ਆ ਨਾ, ਉਹ ਦਾਜ ਦੇ ਨਾਲ, ਉਹਨੂੰ ਆਪਾਂ ਦਾਜ ਨਹੀਂ ਕਹਿ ਸਕਦੇ। ਓਕੇ, ਤੁਹਾਡੀ ਬੱਚੀ ਹੋਈ ਜਾਂ ਮੇਰੀ ਬੱਚੀ ਹੋਈ, ਤੁਹਾਡਾ ਬੇਟਾ ਹੋਇਆ ਜਾਂ ਮੇਰਾ ਬੇਟਾ ਹੋਇਆ, ਉਹ ਆਪਾਂ ਕੋਈ ਵੀ ਚੀਜ਼ ਉਹਨੂੰ ਆਪਾਂ ਦੇਣ ਲਈ ਸ਼ੌਂਕ ਨਾਲ ਆਪਾਂ ਉਹਦੇ ਤੇ ਖਰਚਾ ਕਰਦੇ ਆ। ਬੇਟੀ ਤੇ ਹੀ ਲਾ ਲਓ, ਜੇ ਆਪਣੇ ਮੁੰਡੇ ਨੂੰ 20 ਕਿੱਲੇ ਜ਼ਮੀਨ ਦੇ ਆਉਂਦੇ ਆ, ਬੱਚੀ ਨੇ ਤਾਂ ਨਹੀਂ ਲੈ ਕੇ ਜਾਣੀ। ਆਪਾਂ ਕਹਿੰਦੇ ਵੀ ਨਹੀਂ, ਆਪਾਂ ਬੱਚੀ ਨੂੰ ਰੱਜ ਕੇ ਜੋ ਇਹ ਮੰਗਦੀ ਆ ਉਹਨੂੰ ਪੂਰੋ ਦਿਓ, ਹਨਾ। ਪਰ ਉਹ ਦਾਜ ਨਹੀਂ ਜੀ ਚੀਮਾ ਸਾਹਿਬ। ਦਾਜ ਉਹ ਆ ਜਿਹੜਾ ਦੇਣਾ ਵੀ ਹੁੰਦਾ ਮਾਪਿਆਂ ਨੇ ਆਪਦੀ ਬੱਚੀ ਨੂੰ, ਜਿਹੜਾ ਮੰਗ ਕੇ ਲਿਆ ਜਾਂਦਾ, ਉਹਦੀ ਗੱਲ ਆ। ਇਹ ਦਾਜ 'ਚ ਨਹੀਂ ਆਉਂਦਾ ਪੁਆਇੰਟ। ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਤੁਹਾਡੀ ਗੱਲ ਤੁਹਾਡੀ ਵੀ ਸਹੀ ਹੈ। ਬਿਲਕੁਲ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਹੋ, ਬਿਲਕੁਲ ਸਹੀ ਗੱਲ ਆ ਤੁਹਾਡੀ ਵੀ। ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਉਹ ਕਹਿਣੀ ਚਾਹੁੰਦਾ ਵੀ ਦੇਖੋ, ਧੀਆਂ ਦਾ ਵੀ ਉਹਨਾਂ ਹੱਕ ਆਪਣੀ ਜ਼ਮੀਨ ਜਾਇਦਾਦ ਤੇ ਬਣਦਾ। ਬਿਲਕੁਲ। ਥੋੜਾ ਜਿਹਾ ਉਹਦੇ ਵਿੱਚੋਂ ਹਿੱਸਾ ਕੱਢ ਕੇ ਆਪਾਂ ਧੀਆਂ ਨੂੰ ਦੇਈਏ ਤਾਂ ਕੋਈ ਮਾੜੀ ਗੱਲ ਨਹੀਂ। ਨਹੀਂ ਮਾੜੀ ਗੱਲ। ਧੱਕੇ ਨਾਲ ਮੰਗੇ ਤੇ ਉਹ ਵੱਖਰੀ। ਉਹ ਆਪਾਂ ਜਿਹੜੀ ਚੀਮਾ ਸਾਹਿਬ ਗੱਲ ਅੱਜ ਜਿਹੜੀ ਦਾਜ ਦਾ ਮਤਲਬ ਹੈ ਵੀ ਜਿਹੜਾ ਧੱਕੇ ਨਾਲ ਮੰਗੀ ਹੋਈ ਰਕਮ, ਧੱਕੇ ਨਾਲ ਮੰਗਿਆ ਹੋਇਆ ਕੋਈ ਹੋਰ ਸੋਨਾ ਚਾਂਦੀ ਗੱਡੀਆਂ, ਉਹ ਚੀਮਾ ਸਾਹਿਬ ਆਪਾਂ ਗੱਲ ਕਰਦੇ ਹਾਂ। ਜਿਹੜੀ ਆ ਤੁਹਾਡੀ ਗੱਲ ਆ, ਮੈਂ 100% ਸਹਿਮਤ ਆ ਕਿ ਆਪਾਂ ਬੱਚੀ ਨੂੰ, ਮੈਂ ਤਾਂ ਹੁਣ ਵੀ ਇਸ ਮੰਚ ਤੋਂ ਵੀ ਕਹਿਣਾ ਵੀ ਜੇ ਆਪਾਂ ਸਰਦੇ ਪੁਰਦੇ ਆ, ਜੇ ਆਪਣੇ ਕੋਲ ਕੋਈ ਜ਼ਮੀਨ ਜਾਇਦਾਦਾਂ ਹੈਗੀਆਂ ਜਾਂ ਨਹੀਂ ਵੀ ਹੈਗੀਆਂ, ਆਪਾਂ ਬੱਚੀ ਨੂੰ ਵੱਧ ਤੋਂ ਵੱਧ ਖੁਸ਼ ਕਰਕੇ ਉਹਦੇ ਘਰੇ ਤੋਰੀਏ ਜਿੱਥੇ ਕਿ ਉਹਨੂੰ ਕੋਈ ਪ੍ਰੋਬਲਮ ਨਾ ਆਵੇ। ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਗੱਲ ਵੀ ਸਹੀ ਆ। ਪਰ ਮੈਂ ਹੋਰ ਵਿਸ਼ੇ ਨਾਲ ਸੋਚਦਾ ਸੀਗਾ ਵੀ ਧੀਆਂ ਨੂੰ ਦੇਣ ਲੱਗਿਓ ਕੁਝ ਦੁੱਖ ਕਿਉਂ ਲੱਗਦਾ ਮਾਂ ਪਿਓ ਨੂੰ? ਹਾਂਜੀ, ਕਈ ਹੈਗੇ ਆ ਜਿਹੜੇ ਉਹੀ ਚੁੰਨੀ ਚੜਾ ਕੇ ਤੋੜ ਦਿੰਦੇ ਆ, ਬੜੇ ਨੇ, ਫਿਰ ਪ੍ਰੋਬਲਮ ਉਹਨਾਂ ਨੂੰ ਵੀ ਪੈਂਦੀ ਆ। ਹਾਂਜੀ ਹਾਂਜੀ ਜੀ, ਠੀਕ ਆ ਜੀ, ਮੇਰਾ ਇਹ ਵਿਚਾਰ। ਥੈਂਕ ਯੂ ਚੀਮਾ ਸਾਹਿਬ, ਤੁਹਾਡੇ ਆਪਣੇ ਵਿਚਾਰ ਸੀ, ਪਰ ਥੈਂਕ ਯੂ। ਪਰ ਉਹ ਜਿਹੜਾ ਦਾਜ ਦੀ ਜਿਹੜੀ ਗੱਲ ਆ, ਉਹ ਹੁੰਦੀ ਹੈ ਲਾਲਚ ਦੇ ਨਾਲ। ਥੈਂਕ ਯੂ ਸੋ ਮਚ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੀ? ਠੀਕ ਹੈ ਜੀ, ਠੀਕ ਹੈ। ਕੌਣ ਬੋਲਦੇ ਹੋ ਵੀਰ? ਮੈਂ ਗੋਤਰਾ ਬੋਲਣਾ। ਪਹਿਲਾਂ ਤੁਸੀਂ ਕਾਲ ਮੇਰੀ ਕੱਟਤੀ। ਹਾਂ, ਨਹੀਂ ਮੈਂ ਕੱਟੀ ਨਹੀਂ ਗੋਤਰਾ ਸਾਹਿਬ, ਮੈਂ ਮਾਫੀ ਚਾਹੁੰਦਾ। ਤੁਹਾਡੀ ਕਾਲ ਕੱਟੀ ਗਈ ਸੀ ਕਿਉਂਕਿ ਮੈਂ ਦੂਜੇ ਪਾਸੇ ਕਾਲ ਲਾ ਲਈ ਤੇ ਮੇਰੇ ਖਿਆਲ 'ਚ ਜਾਂ ਮੇਰੇ ਤੋਂ ਹੱਥ ਵੱਜ ਗਿਆ, ਰੱਬ ਜਾਣੇ। ਨਹੀਂ, ਮੈਂ ਕਾਲ ਨਹੀਂ ਕੱਟਦਾ, ਇਹ ਗੱਲ ਹੋ ਸਕਦੀ ਨਹੀਂ। ਦੱਸੋ ਕੀ ਕਹਿਣਾ ਚਾਹੁੰਦੇ? ਬਸ ਮੈਂ ਇਹੋ ਕਹਿਣਾ ਚਾਹੁੰਦਾ, ਦੇਖੋ ਜਿਹੜਾ ਕੋਈ ਮਾਂ ਪਿਓ ਆਪਣੀ ਧੀ ਭੈਣ ਨੂੰ 20-25 ਸਾਲ ਪਾਲ ਕੇ ਪੜ੍ਹਾ ਖਾ ਕੇ ਸਾਡੇ ਵਾਸਤੇ ਲਾਉਂਦਾ, ਸਾਡੇ ਵਾਸਤੇ ਦਾਜ ਦੀ ਕੋਈ ਉਸ ਤੋਂ ਬਾਅਦ ਗੱਲ ਨਹੀਂ ਰਹਿ ਜਾਂਦੀ। ਬਿਲਕੁਲ ਜੀ ਜੀ। ਹਾਂਜੀ ਹਾਂਜੀ, ਬੋਲੋ ਜੀ। ਹਾਂਜੀ ਹਾਂਜੀ, ਤੇ ਉਹ ਮੈਂ ਕਹਿੰਦਾ ਜਿਹੜਾ ਬੱਚਾ ਮਾਂ ਪਿਓ ਆਪਣੀ ਧੀ ਭੈਣ ਨੂੰ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਸਾਡੇ ਵਾਸਤੇ ਲਾਉਂਦਾ ਹੈ, ਤੇ ਉਹ ਦਾਜ ਉਸ ਵਿੱਚ ਰਹਿ ਜਾਂਦਾ। ਬਿਲਕੁਲ, ਉਹ ਦਾਜਦਾਰੀ ਗੱਲ ਤਾਂ ਇਹ ਗੋਤਰਾ ਸਾਹਿਬ ਦੀ ਗੱਲ ਇਹ ਆ ਵੀ ਆਪਣਾ ਕੋਈ ਵੀ ਪਰਿਵਾਰ ਆ, ਚਾਹੇ ਉਹ ਆਪਾਂ ਪੰਜਾਬੀ ਹੋਈਏ ਚਾਹੇ ਕੋਈ ਹੋਰ ਹੋਈਏ, ਜਿਹੜੀ ਵੀ ਕੋਈ ਕਮਿਊਨਿਟੀ ਆਪਣੇ ਬੱਚੇ ਦਾ ਜਾਂ ਧੀ ਪੁੱਤ ਦਾ ਵਿਆਹ ਕਰਦੀ, ਉਹ ਹਰੇਕ ਚਾਹੁੰਦਾ ਵੀ ਬੱਚੇ ਨੂੰ ਆਪਾਂ ਆਪਣੀ ਲੋੜ ਮੁਤਾਬਕ ਕਰੀਏ, ਦੇਈਏ, ਦਾਜ ਦੇਈਏ ਜਾਂ ਕੋਈ ਉਹਨੂੰ ਸਰਦਾ ਦੇਈਏ। ਪਰ ਇੱਥੇ ਗੱਲ ਆ ਜਾਂਦੀ ਹੈ ਵੀ ਕਾਰਨ ਇਹੀ ਹੈ ਗੋਤਰਾ ਸਾਹਿਬ ਵੀ ਫੇਰ ਕਿਉਂ ਨਹੀਂ ਢਿੱਡ ਭਰਦੇ, ਫੇਰ ਕਿਉਂ ਨਹੀਂ ਇਹ ਲਾਲਚ ਜਾਂਦਾ, ਕਾਰਨ ਕੀ ਹੈ? ਇਹਨਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ, ਏਡੇ ਵੱਡੇ ਕੰਟਰੀ 'ਚ ਆਪਾਂ ਰਹਿ ਕੇ ਵੀ ਫੇਰ ਆਪਣੇ ਢਿੱਡ ਨਹੀਂ ਭਰੇ ਤੇ ਫੇਰ ਆਪਾਂ ਕਿੱਥੇ ਜਾਈਏ? ਬਿਲਕੁਲ ਬਿਲਕੁਲ, ਵੀ ਮਤਲਬ ਇਹ ਚੀਜ਼ ਨੂੰ ਸੋਚਣਾ ਚਾਹੀਦਾ ਵੀ ਜਦੋਂ ਆਪਾਂ ਇੰਨੇ ਸਾਲ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਉਹਨਾਂ ਨੂੰ ਸੈਟਲ ਕੀਤਾ, ਤੇ ਬਾਕੀ ਦਾਜ ਤਾਂ ਆਪੇ ਹੀ ਹੋ ਗਿਆ। ਉਹਨਾਂ ਨੂੰ ਪਾਲ ਪਲੋਸ ਕੇ ਚੰਗੀ ਸਿੱਖਿਆ ਦੇ ਕੇ ਕਿਸੇ ਦੇ ਹੱਥ ਫੜਾਤਾ, ਲਓ ਜੀ ਆ ਤੁਹਾਡੀ ਇਮਾਨਤ ਆ, ਤੇ ਹੋਰ ਕੀ ਦਾਜ ਤਾਂ ਆਪੇ ਹੀ ਖਤਮ ਹੋ। ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਨਹੀਂ ਲੈਣਾ। ਇਹ ਹੁੰਦੀ ਹੈ ਜਿਹੜੀ ਕੋਈ ਕਾਰ ਕਿਸੇ ਨੇ ਦੇਤੀ ਜਾਂ ਕੁਛ ਵੀ ਚੀਜ਼ ਦਾ ਫਰਨੀਚਰ ਦੇਤਾ, ਟੁੱਟ ਭੱਜ ਜਾਣਾ। ਜੀ ਜੀ ਜੀ, ਜਿਹੜੀ ਬੱਚੇ ਦੀ ਤੁਸੀਂ ਦੇਖੋ ਲਿਆਕਤ, ਉਹ ਤਾਂ ਨਹੀਂ ਨਾ ਕਿਧਰੇ ਜਾਣੀ। ਕਿੰਨੀ 5 ਕੁਛ ਵੀ ਕਰਕੇ ਦੇਤਾ। ਜੀ ਜੀ, ਹੈਲੋ, ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਮਚ। ਪੁੱਤਰਾ ਸਾਹਿਬ, ਧੰਨਵਾਦ ਤੁਹਾਡਾ।
ਪਿਆਰੇ ਦਰਸ਼ਕੋ, ਤੁਹਾਡੀ ਕਾਲਸ ਇਸ ਤਰ੍ਹਾਂ ਹੀ ਜਾਰੀ ਰਹੇਗੀ। ਮੈਂ ਕਾਲ ਤੁਹਾਡੀ ਲੈਂਦਾ ਰਹਾਂਗਾ, ਪਰ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗਾ ਜਾਣਨ ਲਈ ਤੁਹਾਡੇ ਵਿਚਾਰ ਦਾਜ ਦੇ ਉੱਤੇ, ਇਸ ਜਿਹੜੀ ਬਿਮਾਰੀ ਦੇ ਉੱਤੇ ਕਿ ਇਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ, ਕੀ ਨੇ ਤੁਹਾਡੇ ਵਿਚਾਰ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ 18 ਅਪ੍ਰੈਲ 2014 ਤੋਂ ਕੈਲੀਫੋਰਨੀਆ ਅਮਰੀਕਾ ਦੌਰੇ ਤੇ ਆ ਰਹੇ ਨੇ। ਇਸ ਮੌਕੇ ਉਹ ਵੱਖ-ਵੱਖ ਗੁਰੂ ਘਰਾਂ 'ਚ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਨਗੇ, ਉੱਥੇ ਹੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਅੰਮ੍ਰਿਤ ਸੰਚਾਰ ਵੀ ਕਰਨਗੇ। ਆਪ ਸਮੂਹ ਸਾਧ ਸੰਗਤ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਵੱਖ-ਵੱਖ ਗੁਰੂ ਘਰਾਂ ਵਿੱਚ ਪਹੁੰਚ ਕੇ ਗੁਰਬਾਣੀ ਦਾ ਲਾਹਾ ਲਵੋ ਜੀ। ਸਬਸਕ੍ਰਾਈਬ ਕਰਨ ਲਈ ਕਾਲ ਕਰੋ 1844 455 66527। चीना ज्वेलर्स सैक्रामेंटो कैलिफोर्निया इथे अवेलेबल है 22 कैरेट गोल्ड ज्वेलरी ते गोल्ड कॉइन्स। ਅਸੀਂ ਕਰਦੇ ਹਾਂ गोल्ड कॉइन्स ਦੀ ਸ਼ਿਪਿੰਗ ਪੂਰੇ USA ਵਿੱਚ। ਐਕਸਕਲੂਸਿਵ ਵੈਰਾਈਟੀ ਬ੍ਰਾਈਡਲ ਸੈਟਸ ਤੇ ਬੈਂਗਲਸ ਵਿੱਚ। ਕਸਟਮਰਸ ਦੀ ਤਸੱਲੀ ਲਈ 골ਡ ਪਿਓਰਿਟੀ ਚੈੱਕ ਕਰਨ ਲਈ ਕੰਪਿਊਟਰਾਈਜ਼ਡ ਮਸ਼ੀਨ। ਅਸੀਂ ਪੇ ਕਰਦੇ ਹਾਂ ਟੌਪ ਡਾਲਰਸ। ਤੁਸੀਂ ਆਪਣੀ ज्वेलरी गहने भी रख सकते हो। लोन फॉर गोल्ड, अपना सोना रखो ते ले जाओ कैश। For any inquiry call इंद्रजीत से या विजिट करो चीना ज्वेलर्स। मैच अच्छी ये क्या आज खाने में राइस? हमारी हेल्थ की कोई फिक्र ही नहीं। फिक्र है इसीलिए राइस नहीं, लक्ष्मी ब्राउन बासमती राइस है। लक्ष्मी ब्राउन बासमती राइस। हाँ पापा, ये देखिए इसे खाने के कितने सारे हेल्थ बेनिफिट्स हैं। लक्ष्मी ब्राउन बासमती राइस है डाइजेशन के लिए आसान, इसमें कोलेस्ट्रॉल नहीं, टाइप 2 डायबिटीज के लिए हेल्दी है और पता है इसमें हाई प्रोटीन कंटेंट, विटामिन बी और हाई फाइबर भी है। ये है आपके सेहत का सिक्सम। मैं भी हफ्ते में 3 या 4 बार खाती हूँ। और अब हम भी। लक्ष्मी ब्राउन बासमती राइस, स्वाद भी सेहत भी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੂਟਾ ਸਿੰਘ ਚੀਮਾ, ਕੈਸ਼ੀਅਰ ਸਿੱਖ ਕਲਚਰ ਸੁਸਾਇਟੀ ਤੋਂ ਸਮੁੱਚੇ ਜਗਤ ਨੂੰ ਜਿਹੜੀ 27 ਸਿੱਖ ਡੇ ਪਰੇਡ ਮਨਹਾਟਨ ਵਿਖੇ ਨਿਕਲ ਰਹੀ ਹੈ, ਉਸ ਦੇ ਸਮੁੱਚੇ ਜਗਤ ਨੂੰ ਬਹੁਤ ਬਹੁਤ ਵਧਾਈਆਂ ਅਤੇ ਪੂਰੀ ਟਰਾਈ ਸਟੇਟ ਦੀ ਸੰਗਤ ਨੂੰ ਬੇਨਤੀ ਹੈ ਕਿ 27 ਸਿੱਖ ਡੇ ਪਰੇਡ ਮਨਹਾਟਨ ਗੱਜ ਵੱਜ ਕੇ ਪਹੁੰਚੋ ਜੀ। ਜੋ ਗੈਟ ਪੰਜਾਬੀ ਅਤੇ ਇੱਕ ਓਂਕਾਰ ਚੈਨਲ ਜੋ ਆਪਣਾ ਲਾਈਵ ਦਿਖਾ ਰਹੇ ਨੇ ਇੰਡੀਆ ਅਤੇ ਇੱਥੇ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਕਿ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਖੁਸ਼ੀ ਹਿੱਤ ਹਰ ਸਾਲ ਪਰੇਡ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਵਾਰ ਵੀ 26 ਅਪ੍ਰੈਲ ਮਨਹਾਟਨ ਵਿਖੇ 27ਵੀਂ ਸਿੱਖ ਡੇ ਪਰੇਡ ਦਾ ਆਯੋਜਿਤ ਕੀਤਾ ਗਿਆ ਹੈ। ਸਰਬ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਦੁਆਰਾ ਸਾਹਿਬ ਸਿੱਖ ਐਸੋਸੀਏਸ਼ਨ ਸਟੇਟਨ ਆਈਲੈਂਡ ਵੱਲੋਂ ਸਰਬ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਸਾਇੰਸ ਜੋ ਕਰਦੇ ਹਨ ਪੂਰੀ ਤੁਹਾਡੀ ਹਰ ਤਰ੍ਹਾਂ ਦੀ ਪ੍ਰਿੰਟਿੰਗ ਨੀਡ, ਜਿਵੇਂ ਸਾਈਨਸ, ਬੈਨਰਸ, ਅਵਾਰਡਸ, ਟੀ-ਸ਼ਰਟਸ ਐਂਡ ਮੈਨੀ ਮੋਰ। ਨਾਲ ਹੀ ਡਿਜ਼ਾਈਨ ਕੀਤੇ ਜਾਂਦੇ ਹਨ ਕਸਟਮ ਬਿਜ਼ਨਸ ਕਾਰਡਸ। ਇਹ ਕਰਦੇ ਹਨ ਫਲੈਗਸ ਤੇ ਸਾਇੰਸ ਦੀ ਸ਼ਿਪਿੰਗ
ਆਲ 48 ਸਟੇਟਸ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰੋ। ਸੂਝਵਾਨ ਸਰੋਤਿਓ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ ਤੁਹਾਡੇ ਇਸ ਪ੍ਰੋਗਰਾਮ ਵਿਚਾਰ ਵਟਾਂਦਰਾ ਵਿਦ ਗੈਟ ਪੰਜਾਬੀ ਉੱਤੇ। ਲਓ ਲੈਂਦੇ ਹਾਂ ਤੁਹਾਡੀ ਕਾਲ, ਜਾਣਦੇ ਹਾਂ ਤੁਹਾਡੇ ਵਿਚਾਰ। ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੰਘ ਜੀ ਆਲੂਵਾਲੀਆ। ਦੇਖਦੇ ਹਾਂ ਇਹਨਾਂ ਦੇ ਕੀ ਨੇ ਵਿਚਾਰ, ਸੁਣਦੇ ਹਾਂ ਇਹਨਾਂ ਦੇ ਵਿਚਾਰ। ਆਲੂਵਾਲੀਆ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਤੁਸੀਂ 에ਅਰ ਤੇ ਹੁਣ ਇਸ ਵਕਤ ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਬਲਵੰਤ ਸਿੰਘ ਜੀ, ਮੈਂ ਬਰਿੰਦਰ ਆਲੂਵਾਲੀਆ ਬੋਲ ਰਿਹਾ। ਜੀ ਹਾਂਜੀ ਆਲੂਵਾਲੀਆ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਦਾ ਵਿਸ਼ਾ ਜਿਹੜਾ ਦਹੇਜ ਦਾ ਹੈ, ਜੀ ਜੀ, ਮੈਂ ਉਸ ਲੋਕਾਂ ਦਾ ਇਹ ਕਹਿਣਾ ਚਾਹੁੰਦਾ ਕਿ ਅਸੀਂ ਤਵੱਜੋ ਦੇਈਏ ਕਿ ਵਿਆਹ ਸ਼ਾਦੀਆਂ ਜਦੋਂ ਵੀ ਹੁੰਦੀਆਂ, ਕੁੜੀ ਦੇ 3 ਚੀਜ਼ਾਂ ਦੇਖੀਆਂ ਜਾਂਦੀਆਂ। ਕੁੜੀ ਦਾ ਰੰਗ ਸਾਫ਼ ਹੈ, ਕੁੜੀ ਚੰਗੀ ਹੈ, ਘਰ ਚੰਗਾ। ਲੇਕਿਨ ਅਸਲੀ ਇਮਤਿਹਾਨ ਤਾਂ ਮੁੰਡੇ ਦਾ ਹੁੰਦਾ ਹੈ। ਮੁੰਡਾ ਠੀਕ ਕਮਾਉਂਦਾ ਹੈ, ਕੰਮਕਾਜ ਠੀਕ ਕਰਦਾ ਹੈ, ਉਹਦਾ ਇਖਲਾਕ ਠੀਕ ਹੈ, ਤਾਂ ਉਹਨੂੰ ਕੁੜੀ ਦੇਂਗੇ, ਤਾਂ ਅਸੀਂ ਉਹਨੂੰ ਜ਼ੁੰਮਾ ਦਿਆਂਗੇ। ਫਿਰ ਮੁੰਡੇ ਦਾ ਜਦ ਇਮਤਿਹਾਨ ਇੰਨਾ ਹੈਗਾ ਤੇ ਫਿਰ ਮੁੰਡੇ ਨੂੰ ਇਹ ਸ਼ੌਕ ਕੀ ਹੈ ਕਿ ਜੀ ਦਹੇਜ ਮੁੰਡੇ ਨੂੰ ਦੇਣਾ ਹੈਗਾ। ਤੀਸਰੀ ਚੀਜ਼ ਕਿ ਸਾਡੇ ਸਿੱਖ ਧਰਮ ਦੇ ਵਿੱਚ ਅਸੀਂ ਕਿਹਾ ਕਿ ਵੀ ਜ਼ੁਲਮ ਕਿਸੇ ਤੇ ਕਰਨਾ ਨਹੀਂ, ਜ਼ੁਲਮ ਹੋਣ ਨਹੀਂ ਦੇਣਾ। ਅਸੀਂ ਪਾਠ ਪੂਜਾ ਕਰਦੇ ਹਾਂ, ਸਭ ਕੁਝ ਕਰਦੇ ਹਾਂ। ਅਸੀਂ ਸਿੱਖ ਕਿੱਥੋਂ ਦੇ ਉਤਰੇ ਆ ਜੇ ਅਸੀਂ ਆਪਣੀ ਜਨਾਨੀਆਂ ਤੇ ਹੀ ਅਤਿਆਚਾਰ ਕਰਦੇ ਹਾਂ। ਤੇ ਜੇ ਅਸੀਂ ਜਨਾਨੀਆਂ ਤੇ ਅਤਿਆਚਾਰ ਕਰਦੇ ਹਾਂ, ਅਸੀਂ ਆਪਣੀ ਮਾਂ ਦਾ ਅਤਿਆਚਾਰ ਕਰ ਰਹੇ ਹਾਂ। ਇਹ ਸਾਨੂੰ ਧਿਆਨ ਕਰਨਾ ਪੈਣਾ। ਔਰ ਜਿੰਨੇ ਵੀ ਵਿਆਹ ਸ਼ਾਦੀਆਂ ਹੁੰਦੇ ਨੇ, ਸਾਡੀ ਤੁਸੀਂ ਦੇਖੋ ਜਨਾਨੀਆਂ ਪ੍ਰਧਾਨ ਹੁੰਦੀਆਂ। ਅਸੀਂ ਇਹ ਜਿਹੜੇ ਰਸਮੋ ਰਿਵਾਜ ਹੈ, ਸ਼ਾਦੀ ਘਰ ਹੈਗੇ, ਵੈਡਿੰਗ ਹਾਲ ਹੈਗੇ, ਅਸੀਂ ਊਟ ਪਟਾਂਗ ਦੇ ਰਸਮੋ ਰਿਵਾਜ ਰੱਖੇ ਨੇ, ਇਹ ਸਾਰੇ ਬੰਦ ਕਰਨੇ ਚਾਹੀਦੇ। ਇਹ ਸਭ ਦਿਖਾਵਾ ਹੈ। ਅਸੀਂ ਸ਼ਰਾਬ ਪੀ ਕੇ ਬਰਾਤ ਜਾਣੇ ਆ, ਕੁੜੀ ਦੇ ਘਰ ਜਾਣੇ ਆ, ਕੁੜੀ ਵਾਲੇ ਮੇਲ ਦੇਖਦੇ ਆ ਕਿ ਅਸੀਂ ਕਿਹੜੇ ਘਰ ਦੀ ਦਿੱਤੀ ਹੈ। ਅੱਧੀਆਂ ਕੱਪੜੇ ਤੁਹਾਡੇ ਬਾਹਰ ਨਿਕਲੇ ਹੁੰਦੇ, ਪੱਗਾਂ ਤੁਹਾਡੀਆਂ ਢਿੱਲੀਆਂ ਹੁੰਦੀਆਂ, ਦਾੜੀ ਪਸੀਨੇ ਨਾਲ ਤੁਸੀਂ ਭਿੱਜੇ ਹੁੰਦੇ ਹੋ। ਬਰਾਤ ਲੈ ਕੇ ਜਾ ਰਹੇ ਹੋ ਤੁਸੀਂ ਘਰ ਕੁੜੀ ਵਾਲਿਆਂ ਦੀ, ਕੀ ਤੁਹਾਡੀ ਇੱਜ਼ਤ ਹੈ? ਮੈਂ ਕੁਝ ਥੋੜੀਆਂ ਗੱਲਾਂ ਕਹਿ ਰਿਹਾ, ਮੈਂ ਸਿਰਫ ਤੁਹਾਡੇ ਸਿੱਖਾਂ ਨੂੰ ਜਾਗਰੂਕ ਕਰਾਉਣਾ ਚਾਹਨਾ ਕਿ ਤੁਸੀਂ ਆਪਣੇ ਇਖਲਾਕ ਨੂੰ, ਆਪਣੇ ਰਵੱਈਏ ਨੂੰ ਦੇਖੋ ਔਰ ਉਹਨੂੰ ਬਦਲੋ। ਦਹੇਜ ਸਾਡੇ ਸਿੱਖਾਂ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ। ਇਹ ਸਭ ਸਾਦੇ ਵਿਆਹ ਹੋਣ, ਗੁਰਦੁਆਰੇ 'ਚ ਹੋਣ, ਮਾਨ ਇੱਕ ਦੂਜੇ ਦਾ ਰੱਖੀਏ, ਆਪਣੀ ਇੱਜ਼ਤ ਵਿਆਹ ਤੋਂ ਬਾਅਦ ਬਰਕਰਾਰ ਰੱਖੀਏ। ਅਸੀਂ ਮਿਲਿਆ ਮੇਟ ਨਾ ਕਰ ਦਈਏ ਇੱਜ਼ਤ ਨੂੰ। ਤੇ ਇਹ ਲੋਕਾਂ ਨੂੰ, ਆਦਮੀ ਜਿਹੜੇ ਸਾਡੇ ਨੇ, ਅਸੀਂ ਜਿੰਨੇ ਵੀ ਰਸਮ ਰਿਵਾਜ ਹੈ ਜਨਾਨੀਆਂ ਦੇ ਹੱਥ ਹੈ ਕਿ ਜੀ ਲੋ ਜੋ ਸਾਡੀ ਬੀਬੀ ਕਹਿੰਦੀ ਹੈ ਕਰ ਦਿਓ, ਨਹੀਂ, ਗਲਤ ਗੱਲ ਹੈ। ਕੰਟਰੋਲ ਆਪਣੇ ਬੱਚਿਆਂ ਤੇ, ਆਪਣੇ ਘਰ ਦੇ ਉੱਤੇ ਆਪ ਤੁਹਾਡਾ ਹੋਣਾ ਚਾਹੀਦਾ। ਜਿਹੜੀ ਚੀਜ਼ ਸਹੀ ਨਹੀਂ ਹੈ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ। ਕਿਉਂ ਨਹੀਂ? ਸਾਡੇ ਅਹਿਮ ਕੀ ਹੁੰਦਾ ਜੀ, ਵਿਆਹ ਸ਼ਾਦੀਆਂ ਦੇ ਕਾਰਡ ਆਉਂਦੇ ਨੇ, ਥੱਲੇ ਲਿਖਿਆ ਹੁੰਦਾ ਹੈ, ਆਨੰਦ ਕਾਰਜ ਵਗੈਰਾ ਸਾਰੇ ਪ੍ਰੋਗਰਾਮ ਹੁੰਦੇ ਨੇ, ਥੱਲੇ ਲਿਖਿਆ ਹੁੰਦਾ ਸਪੈਸ਼ਲ ਅਟਰੈਕਸ਼ਨ ਹੁੰਦੀ ਹੈ, ਕੈਬਰੇ ਡਾਂਸ ਜਾਂ ਫਲਾਨੀ ਪਾਰਟੀ। ਹੁਣ ਐਵੇਂ ਤਾਂ ਤੁਹਾਡੀ ਵਿਆਹ ਤੋਂ ਉੱਠ ਕੇ ਕੈਬਰੇ ਡਾਂਸ ਤੇ ਚਲੀ ਗਈ, ਗਲਤ ਹੈ। ਹੋਣਾ ਚਾਹੀਦਾ
ਤੁਸੀਂ ਇਹੋ ਜਿਹੇ ਕੰਮ ਕਰੋਗੇ ਨਤੀਜੇ ਉਲਟੇ ਹੀ ਨਿਕਲਣਗੇ। ਬਿਲਕੁਲ ਬਿਲकुल। ਤੇ ਧਿਆਨ ਰੱਖਿਓ, ਆਪਣਾ ਇੱਜ਼ਤ ਆਪਣੇ ਹੱਥ 'ਚ ਰੱਖੋ, ਇਹੋ ਜਿਹੇ ਕੰਮ ਨਾ ਕਰੋ ਔਰ ਵਿਆਹ ਸਿੱਧੇ ਰੱਖੋ। ਇੱਜ਼ਤ ਤੁਹਾਡੀ ਵਿਆਹ ਤੇ ਖਤਮ ਨਹੀਂ ਹੋ ਜਾਂਦੀ, ਤੁਹਾਡੀ ਇੱਜ਼ਤ ਅੱਗੇ ਪਰਿਵਾਰ ਚਲਾਣਾ। ਤੁਸੀਂ ਕਿਹੋ ਜਿਹਾ ਪਰਿਵਾਰ ਪੈਦਾ ਕਰ ਰਹੇ ਹੋ ਇਸ ਤੇ ਧਿਆਨ ਰੱਖੋ। ਜੀ ਜੀ ਮੈਂ ਇਹੀ ਕਹਿਣਾ ਚਾਹੁੰਦਾ। ਥੈਂਕ ਯੂ ਤੁਹਾਡਾ ਆਲੂਵਾਲੀਆ ਸਾਹਿਬ। ਦੇਖੋ ਵਿਚਾਰ ਆਪੋ ਆਪਣੇ ਨੇ ਬਿਲਕੁਲ। ਜੇਕਰ ਆਪਾਂ ਉਸ ਦਾ ਮੁੱਢ, ਉਸ ਦਾ ਮੂਲ ਵਧੀਆ ਢੰਗ ਦੇ ਨਾਲ ਮੰਨਾਂਗੇ ਤਾਂ ਆਪਾਂ ਇਹਨਾਂ ਜਿਹੜੀਆਂ ਉਸ ਤੋਂ ਬਾਅਦ ਆਉਣ ਵਾਲੀਆਂ ਪ੍ਰੋਬਲਮਸ ਨੇ, ਸਮੱਸਿਆਵਾਂ ਨੇ, ਉਹਨਾਂ ਤੋਂ ਭਲੀ ਭਾਂਤ ਬਚ ਸਕਦੇ ਹਾਂ। ਬੱਚੇ ਸਾਡੇ ਸੁਖੀ ਰਹਿ ਸਕਦੇ ਨੇ। ਪਰਿਵਾਰਾਂ ਦੇ ਵਿੱਚ ਤਾਲਮੇਲ ਆ ਜਿਹੜਾ ਉਹ ਇੱਕ ਪਿਆਰ ਭਾਵਨਾ ਦਾ, ਇੱਕ ਸਤਿਕਾਰ ਭਾਵਨਾ ਦਾ ਬਣਿਆ ਰਹਿੰਦਾ। ਲਓ ਲੈਂਦੇ ਆ ਇੱਕ ਦੋ ਕਾਲਸ ਹੋਰ ਕਿਉਂਕਿ ਮਿੰਟ ਸਿਰਫ 3 ਬਾਕੀ ਨੇ ਤੇ ਕਾਲਸ ਬੜੀਆਂ ਆ ਰਹੀਆਂ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਕੌਣ ਬੋਲਦੇ ਹੋ ਜੀ? ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਕੈਲੀਫੋਰਨੀਆ ਤੋਂ ਬੋਲ ਰਹੇ ਹਾਂ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਆਪਣੇ ਕੋਲੇ ਸਿਰਫ 2 ਮਿੰਟ ਰਹਿ ਗਏ ਭੈਣ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀ ਆਹ ਦਾਜ ਵਾਲੀ ਗੱਲ ਹੈ ਇਹ ਬਹੁਤ ਮਾੜੀ ਆ। ਜੀ ਜੀ, ਇਹ ਦਾਜ ਨਹੀਂ ਲੈਣਾ ਚਾਹੀਦਾ ਤੇ ਲੜਕੀਆਂ ਨੂੰ ਆਪਣੇ ਲੜਕੀਆਂ ਦੇ ਬਰਾਬਰ ਸਮਝਣਾ ਚਾਹੀਦਾ। ਬਿਲਕੁਲ ਬਿਲਕੁਲ ਭੈਣ ਜੀ। ਇਹਨੂੰ ਲਿਆਉਣੇ ਆ ਘਰ, ਉਹ ਆਪਣੀ ਬੇਟੀ ਬਣਾ ਕੇ ਲਿਆਉਣਾ ਚਾਹੀਦਾ। ਜੀ ਜੀ ਜੀ। ਤੇ ਆਪਣੇ ਬੱਚਿਆਂ ਨੂੰ ਵੀ ਥੋੜਾ ਜਿਹਾ ਸਮਝਾਉਣਾ ਚਾਹੀਦਾ। ਤੇ ਥੈਂਕ ਯੂ ਭੈਣ ਜੀ, ਥੈਂਕ ਯੂ ਸੋ ਮਚ। ਧੀਆਂ ਭੈਣਾਂ ਹੈਗੀਆਂ ਘਰ। ਜੀ ਥੈਂਕ ਯੂ ਭੈਣ ਜੀ, ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਆ ਜੀ? ਮੈਂ ਭੁਪਿੰਦਰ ਸਿੰਘ ਅਟਵਾਲ ਬੋਲਦਾ ਜੀ। ਹਾਂਜੀ ਅਟਵਾਲ ਸਾਹਿਬ, ਸਵਾਗਤ ਹੈ ਜੀ। ਸਿਰਫ ਆਪਣੇ ਕੋਲੇ ਮਿੰਟ ਰਹਿ ਗਿਆ ਜੀ। ਕੀ ਕਹਿਣਾ ਚਾਹੁੰਦੇ ਅਟਵਾਲ ਸਾਹਿਬ? ਮੈਂ ਤਾਂ ਹੁਣੇ ਟੀਵੀ ਔਨ ਕੀਤਾ ਸੀ ਜੀ, ਤੁਸੀਂ ਵਿਸ਼ਾ ਬੜਾ ਵਧੀਆ ਲਿਆ ਅੱਜ ਜਿਹੜਾ ਦਾਜ ਦਹੇਜ ਦਾ। ਮੈਂ ਤਾਂ ਹੁਣੇ ਸੁਣਿਆ ਸੀ ਵੀ ਦਾਜ ਦਹੇਜ ਦੇ ਉੱਤੇ ਬੰਦੇ ਗੱਲਾਂ ਕਰ ਰਹੇ ਆ। ਜੀ ਜੀ ਅਟਵਾਲ ਸਾਹਿਬ। ਸੋ ਮੈਂ ਤਾਂ ਉਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਬਈ ਸਾਨੂੰ ਦਾਜ ਦੇ ਬਾਰੇ ਤਾਂ ਸੋਚਣਾ ਵੀ ਨਹੀਂ ਚਾਹੀਦਾ ਜੀ। ਸਾਡੇ ਧਰਮ ਦੇ ਵਿੱਚ ਵੀ ਨਹੀਂ ਇਹ ਗੱਲ ਲਿਖੀ ਹੋਵੇ ਦਾਜ ਦੇ ਬਾਰੇ। ਬਿਲਕੁਲ ਬਿਲਕੁਲ, ਕਿਤੇ ਇਹ ਸਿਧਾਂਤਕ ਤੌਰ ਤੇ ਹੀ ਨਹੀਂ ਲਿਖਿਆ ਗਿਆ ਕਿਤੇ। ਹਾਂਜੀ ਜੀ ਜੀ। ਜੇ ਅਸੀਂ ਇਹਦੇ ਬਾਰੇ ਥੋੜਾ ਸੁਚੇਤ ਰਹੀਏ ਤਾਂ ਫਿਰ ਜਦੋਂ ਅਸੀਂ ਆਪਣੀਆਂ ਬੇਟੀਆਂ ਦਾ ਵੀ ਕਰਨਾ ਹੁੰਦਾ ਤਾਂ ਫਿਰ ਸਾਨੂੰ ਉਹਦੇ ਬਾਰੇ ਵੀ ਥੋੜਾ ਹੁੰਦਾ ਜੀ। ਓਕੇ ਅਟਵਾਲ ਸਾਹਿਬ, ਮੈਂ ਖਿਮਾ ਚਾਹਾਂਗਾ, ਤੁਹਾਡੀ ਜਿਹੜੀ ਕਾਲ ਆ ਮੈਨੂੰ ਬੰਦ ਕਰਨੀ ਪੈਣੀ ਹੈ, ਟਾਈਮ ਹੋ ਗਿਆ। ਤੇ ਕੱਲ ਨੂੰ ਜ਼ਰੂਰ ਕਾਲ ਕਰਿਓ ਜੇ ਤੇ ਮਾਈਂਡ ਨਾ ਕਰਿਓ ਕਿਉਂਕਿ ਸਮਾਂ ਸਮਾਪਤ ਹੈ ਜੀ। ਓਕੇ ਪਿਆਰੇ ਦਰਸ਼ਕੋ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਹੋਰ ਆਪਾਂ ਵਿਚਾਰ ਸੁਣੀਏ। ਅੱਜ ਦੇ ਵਿਚਾਰ ਜੇਕਰ ਕਿਸੇ ਦੀ ਕਾਲ ਰਹਿ ਗਈ ਹੋਵੇ ਤਾਂ ਤੁਸੀਂ ਈਮੇਲ ਕਰ ਸਕਦੇ ਹੋ balwant@getpunjabi.tv ਦੇ ਉੱਤੇ। ਲਓ ਦਿਓ ਇਜਾਜ਼ਤ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਖਿਮਾ ਚਾਹੁੰਦਾ। ਹੱਸਦੇ ਰਹੋ, ਵਸਦੇ ਰਹੋ, ਜਿੰਦਾਬਾਦ ਰਹੋ, ਆਬਾਦ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।